ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਪ ਸਾਰਿਆਂ ਔਰ ਵੀਰਾਂ ਦਾ ਇਸ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਅਸਾਂ ਪਹਿਲੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ, ਅੱਜ ਦੂਜੀ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਕੱਲ ਅਸੀਂ ਵਿਚਾਰਿਆ ਸੀ ਕਿ ਸਚਿਆਰ ਹੋਣਾ ਸਾਡੀ ਜ਼ਿੰਦਗੀ, ਸਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ, ਚਾਹੇ ਉਹ ਰਾਜਨੀਤਿਕ ਨੇ, ਆਰਥਿਕ ਨੇ, ਸਮਾਜਿਕ ਨੇ, ਧਾਰਮਿਕ, ਵਪਾਰਕ ਸਮੱਸਿਆ ਨੇ ਜਾਂ ਸਾਡੀਆਂ ਵਿਵਹਾਰਿਕ ਸਮੱਸਿਆਵਾਂ ਨੇ। ਇਹਨਾਂ ਸਾਰਿਆਂ ਦਾ ਸੋਲੂਸ਼ਨ ਸੱਚ ਹੈ, ਸਚਿਆਰ ਹੋ ਜਾਣਾ ਹੈ। ਤੇ ਸਚਿਆਰ ਕਹਿੰਦੇ ਹਨ ਮਨ, ਬਚਨ ਔਰ ਕਰਮ ਕਰਕੇ ਜੋ ਸੱਚ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਸਚਿਆਰ ਕਿਹਾ ਜਾਂਦਾ ਹੈ। ਮਾਨਸਿਕਤਾ ਸੱਚੀ ਹੈ, ਜਿਸ ਦੇ ਬੋਲਾਂ ਵਿੱਚ ਸੱਚ ਹੈ, ਜਿਸ ਦੇ ਵਿਹਾਰ ਦੇ ਅੰਦਰ ਸੱਚ ਹੈ, ਜੋ ਅੰਦਰੋਂ ਬਾਹਰੋਂ ਇੱਕ ਹੈ, ਮਨ, ਬਚਨ, ਕਰਮ ਕਰਕੇ। ਨਾਲ ਗੁਰਦੇਵ ਪਾਤਸ਼ਾਹ ਜੀ ਨੇ ਸਚਿਆਰ ਹੋਣ ਦਾ ਸਾਧਨ ਦੱਸਿਆ ਸੀ ਕਿ ਜਿਵੇਂ ਕੁਝ ਲੋਕ ਨੇ ਤੀਰਥਾਂ ਆਦਿਕ ਤੇ ਨਹਾਉਂਦੇ ਨੇ, ਸਰੀਰ ਨੂੰ ਪਵਿੱਤਰ ਕਰਦੇ ਨੇ, ਤਾਂ ਐਵੇਂ ਸਚਿਆਰ ਨਹੀਂ ਹੋਇਆ ਜਾਂਦਾ। ਦੂਜਾ ਸਾਧਨ ਸੀ ਚੁੱਪ ਹੋਣ ਦਾ, ਸਮਾਧੀਆਂ ਲਾਉਣ ਦਾ, ਮੌਨ ਧਾਰਨ ਕਰਨ ਦਾ। ਤਾਂ ਮੌਨ ਧਾਰਨ ਕਰਨ ਨਾਲ, ਸਮਾਧੀਆਂ ਲਾਉਣ ਦੇ ਨਾਲ ਕਦੇ ਵੀ ਮਨੁੱਖ ਸਚਿਆਰ ਨਹੀਂ ਹੁੰਦਾ ਔਰ ਨਾ ਹੀ ਇਸ ਦੇ ਆਤਮਿਕ ਜੀਵਨ ਵਿੱਚ ਵਿਕਾਸ ਹੁੰਦਾ। ਤੀਜਾ ਸਾਧਨ ਸੀ ਕਿ ਕ੍ਰਿਸ਼ਨਾ ਦੇ ਅਧੀਨ ਰਹਿ ਕੇ ਬਹੁਤ ਸਾਰੇ ਪਦਾਰਥ ਇਕੱਠੇ ਕਰ ਲੈਣੇ, ਮਨ ਨੂੰ ਪਹਿਲਾਂ ਰਜਾ ਲੈਣਾ। ਤਾਂ ਇਹ ਸਾਧਨ ਵੀ ਠੀਕ ਨਹੀਂ ਹੈ, ਕਿਉਂਕਿ ਮਨ ਕਦੇ ਵੀ ਰੱਜਦਾ ਨਹੀਂ, ਸਗੋਂ ਹੋਰ ਵਿਕਾਰਾਂ ਦੇ ਅੰਦਰ ਭਟਕਦਾ ਹੈ। ਕ੍ਰਿਸ਼ਨਾ ਦੇ ਅਧੀਨ ਭੁੱਖਿਆ ਰਹਿਣ ਦੇ ਨਾਲ ਕਦੇ ਵੀ ਮਨ ਤ੍ਰਿਪਤ ਨਹੀਂ ਹੁੰਦਾ, ਚਾਹੇ ਜਿੰਨੇ ਮਰਜ਼ੀ ਪਦਾਰਥ ਸਾਡੇ ਕੋਲ ਆ ਜਾਣ, ਸੰਤੋਖ ਤੋਂ ਬਿਨਾਂ ਰੱਜ ਨਹੀਂ ਹੁੰਦਾ। ਚੌਥਾ ਸਾਧਨ ਸੀ ਲੋਕ ਚਲਾਕੀਆਂ ਵਰਤਦੇ ਨੇ। ਚਲਾਕੀਆਂ ਵਰਤਣ ਵਾਲਾ ਬੰਦਾ ਅੰਦਰੋਂ ਹੋਰ ਔਰ ਬਾਹਰੋਂ ਹੋਰ ਹੋਏਗਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਏ। ਤਾਂ ਚਲਾਕੀਆਂ ਵਰਤਣ ਦੇ ਨਾਲ, ਦੋਗਲੀ ਨੀਤੀ ਨਾਲ ਕਦੇ ਵੀ ਸਚਿਆਰ ਨਹੀਂ ਹੋਇਆ ਜਾ ਸਕਦਾ। ਤਾਂ ਗੁਰੂ ਜੀ ਨੇ ਆਪ ਸਵਾਲ ਕੀਤਾ ਹੈ, ਜੋ ਸਾਰੀ ਮਨੁੱਖਤਾ ਦਾ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ। ਤੇ ਉਸ ਦਾ ਉੱਤਰ ਦਿੱਤਾ ਸੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਜੀਵ ਹੋਂਦ ਵਿੱਚ ਆਇਆ ਹੈ, ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ, ਅਦਿਸ਼ਤਾ ਆਕਾਰ ਹੋਂਦ ਵਿੱਚ ਆਇਆ ਹੈ, ਸ਼ੁਰੂ ਤੋਂ, ਧੁਰ ਤੋਂ ਹੀ, ਧੁਰ ਤੋਂ ਦਾ ਮਤਲਬ ਸ਼ੁਰੂ ਤੋਂ ਹੀ ਇਹ ਨੇਮ ਹੈ ਕਿ ਹੁਕਮ ਦੇ ਅੰਦਰ ਤੁਰਨ ਵਾਲਾ ਬੰਦਾ ਸਚਿਆਰ ਹੋ ਸਕਦਾ। ਤੇ ਹੁਕਮ ਬਾਰੇ ਅਸੀਂ ਵਿਚਾਰ ਕੀਤੀ ਸੀ ਕੱਲ। ਹੁਕਮ ਦਾ ਮਤਲਬ ਹੈ ਰਜ਼ਾ ਭਾਣਾ। ਰਜ਼ਾ ਭਾਣਾ, ਹੁਕਮ ਜਾਂ ਲੇਖ, ਇਹਦੇ ਵਾਸਤੇ ਅਸੀਂ ਵਰਤ ਸਕਦੇ ਹਾਂ ਸਿਸਟਮ ਜਾਂ ਕੁਦਰਤ ਦੀ ਨਿਯਮਾਵਲੀ, ਲਾ ਆਫ ਨੇਚਰ। ਹੁਣ ਇਹ ਹੁਕਮ ਕੀ ਹੈ, ਗੁਰਦੇਵ ਪਾਤਸ਼ਾਹ ਜੀ ਨੇ ਇਸ ਦੂਜੀ ਪੌੜੀ ਦੇ ਅੰਦਰ ਸਾਨੂੰ ਸਮਝਾਇਆ ਹੈ ਕਿ ਹੁਕਮ ਕੀ ਹੈ, ਹੁਕਮ ਦੇ ਅੰਦਰ ਕੀ ਕੁਝ ਹੋ ਰਿਹਾ ਹੈ। ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ। ਜਦੋਂ ਆਪ ਗਹੁ ਦੇ ਨਾਲ ਇਸ ਪਾਵਨ ਪੌੜੀ ਨੂੰ ਪੜ੍ਹੋਗੇ, ਵਿਚਾਰੋਗੇ, ਤਾਂ ਸਾਡੀ ਇੱਕ ਬਹੁਤ ਵੱਡੇ ਸਵਾਲ ਦਾ ਸੋਲੂਸ਼ਨ ਵੀ ਸਾਨੂੰ ਇੱਥੇ ਮਿਲ ਜਾਏਗਾ। ਜਿਵੇਂ ਆਮ ਲੋਕ ਮੰਨਦੇ ਨੇ ਨਾ ਕਿ ਕਿਸੇ ਦੀ ਕਿਸਮਤ ਚੰਗੀ ਹੁੰਦੀ ਹੈ ਤੇ ਉਹ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ, ਕਿਸੇ ਦੀ ਕਿਸਮਤ ਮਾੜੀ ਹੁੰਦੀ ਹੈ ਤਾਂ ਉਹਦੀ ਜ਼ਿੰਦਗੀ ਦੇ ਅੰਦਰ ਦੁੱਖ ਆਉਂਦੇ ਨੇ, ਔਰ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਕਿਸਮਤ ਲਿਖੀ ਆਉਂਦੀ ਹੈ, ਕਿਸਮਤ ਤੋਂ ਬਿਨਾਂ ਕੁਛ ਨਹੀਂ ਮਿਲਦਾ। ਤਾਂ ਇੱਥੇ ਇਸ ਚੀਜ਼ ਦਾ ਸਵਾਲ ਵੀ ਸਾਨੂੰ ਮਿਲ ਜਾਏਗਾ ਜੇ ਅਸੀਂ ਬੜੇ ਠਰਮੇ ਔਰ ਬੜੇ ਪਿਆਰ ਦੇ ਨਾਲ ਵਿਚਾਰਨ ਦਾ ਯਤਨ ਕਰਾਂ। ਤਾਂ ਦੂਜੀ ਪੌੜੀ ਦੀ ਪਹਿਲੀ ਪੰਕਤੀ ਵਿੱਚ ਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਦਾ ਮਤਲਬ ਹੈ ਹੁਕਮ ਵਿੱਚ, ਆਕਾਰ ਦਾ ਮਤਲਬ ਜੋ ਵੀ ਆਕਾਰ ਹੈ, ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਮਨੁੱਖ ਮਾਤਰ, ਪਸ਼ੂ ਪੰਛੀ, ਜੀਵ ਜੰਤ, ਔਰ ਇਸ ਤੋਂ ਬਾਅਦ ਹਵਾ, ਪਾਣੀ,
धरती, आकाश, चंद्रमा, खंड मंडल, ब्रह्मांड, ये सब कुछ हुक्म दे अंदर हो रहा है। हुक्म का मतलब सिस्टम, हुक्म का मतलब ला ऑफ नेचर, कुदरत के जो बचवें नियम ने उन्हां दे अंदर ये आकार पैदा हो रहे। हुण असीं देखदे हां जिवें साडी पकड़ विच 4 खाणियां आईयां ने, अंडज, डेरज, सेतज, उत्पुज। ਤਾਂ ਇਹ ਚਾਰੇ ਹੀ ਖਾਣੀਆਂ ਕੁਛ ਨਿਯਮ ਨੇ, ਉਹਨਾਂ ਨਿਯਮਾਂ ਦੇ ਅੰਦਰ ਹੀ ਇਹ ਸਾਰੇ ਜੀਵ ਜੰਤ ਪੈਦਾ ਹੋ ਰਹੇ ਨੇ। ਜਿਵੇਂ ਮਨੁੱਖ ਹੈ ਤਾਂ ਕਰੀਬ 9-10 9ਵੇਂ-10ਵੇਂ ਮਹੀਨੇ ਬੱਚਾ ਜਨਮ ਲੈਂਦਾ ਹੈ। ਇਸੇ ਤਰ੍ਹਾਂ ਪਸ਼ੂ ਪੰਛੀ ਨੇ, ਉਹਨਾਂ ਦੇ ਜਨਮ ਦੇ ਨਿਯਮ ਨੇ। ਜੋ ਵਨ ਰੁੱਖ ਦਰਖਤ ਨੇ, ਉਹਨਾਂ ਦੇ ਉਤਪत्ति ਦੇ ਕੁਛ ਨਿਯਮ ਨੇ। ਜੋ ਸਾਡੀਆਂ ਫਸਲਾਂ ਨੇ ਉਹਨਾਂ ਦੇ ਨਿਯਮ ਨੇ। ਹਰ ਚੀਜ਼ ਕਿਸੇ ਨਿਯਮ ਦੇ ਅੰਦਰ ਪੈਦਾ ਹੋ ਰਹੀ ਹੈ। ਨਿਯਮ ਤੋਂ ਬਾਹਰ ਕੁਛ ਵੀ ਨਹੀਂ ਹੈ। ਹੁਣ ਕਈ ਲੋਕ ਇਹ ਵਿਚਾਰ ਦੇਣਗੇ ਕਿ ਅੱਜ ਕੱਲ ਟੈਸਟ ਟਿਊਬ ਬੇਬੀ ਨੇ, ਤਾਂ ਟੈਸਟ ਟਿਊਬ ਬੇਬੀ ਵੀ ਕਿਸੇ ਨਿਯਮ ਦੇ ਅੰਦਰ ਹੈ। ਉਹਨੂੰ ਡਾਕਟਰ ਲੋਕ ਐਕਸਪਲੇਨ ਕਰ ਸਕਦੇ ਨੇ। ਬਿਨਾਂ ਨਿਯਮ ਤੋਂ ਟੈਸਟ ਟਿਊਬ ਦੇ ਅੰਦਰ ਅਸੀਂ ਜੇ ਬੱਚੇ ਪੈਦਾ ਕਰਨੇ ਚਾਹੀਏ ਤਾਂ ਨਹੀਂ ਕਰ ਪਾਵਾਂਗੇ। ਕਹਿਣ ਤੋਂ ਭਾਵ ਕਿ हर चीज सिस्टम दे अंदर है। कुदरत के नियमां नूं समझ के असीं इन्हां चीज़ां नूं समझ सकते हां। धरती है, तारे ने, चंद्रमा ने, ये सब कुछ अंदर ने, नियम तो बाहर नहीं है। जिवें वैज्ञानिक लोग बिग बैंग की थ्योरी पेश करते ने, कि बिग बैंग की थ्योरी नूं जो लोग मनण वाले ने, बिग बैंग की थ्योरी नूं आप वाचोगे ਤਾਂ ਉਹਦੇ ਅੰਦਰ ਵੀ ਕੁਝ ਨਿਯਮ ਨੇ। ਉਹਨਾਂ ਨਿਯਮਾਂ ਦੇ ਅੰਦਰ ਹੀ ਇਹ ਸੰਸਾਰ ਪੈਦਾ ਹੋਇਆ। ਔਰ 3 ਚੀਜ਼ਾਂ ਹੋ ਰਹੀਆਂ ਨੇ, ਜਨਮ, ਜੀਵਨ ਔਰ ਮੌਤ। ਨਿਕਾਸ, ਵਿਕਾਸ ਔਰ ਵਿਨਾਸ਼, ਇਹ 3 ਚੀਜ਼ਾਂ ਨਿਯਮ ਦੇ ਅੰਦਰ ਨੇ। ਜੇ ਅਸੀਂ ਕੋਈ ਪੌਦਾ ਬੀਜਣਾ ਹੈ ਤਾਂ ਉਹ ਨਿਯਮ ਦੇ ਅੰਦਰ ਉਹਨੇ ਪੈਦਾ ਹੋਣਾ ਹੈ। ਨੇਮ ਦੇ ਅੰਦਰ ਉਸ ਦੀ ਪਾਲਣਾ ਹੋਏਗੀ ਔਰ ਨੇਮ ਦੇ ਅੰਦਰ ਆਖਿਰ ਉਸ ਦਾ ਵਿਨਾਸ਼ ਹੋ ਜਾਏਗਾ। ਨਿਯਮ ਵਿੱਚ ਪੈਦਾਇਸ਼ ਹੈ ਤੇ ਜਿਸ ਦਿਨ ਅਸੀਂ ਪੈਦਾ ਹੁੰਦੇ ਆ ਨਾਲ ਹੀ ਸਾਡਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ। ਤੇ ਯਾਦ ਰੱਖਣਾ, ਜਦੋਂ ਬੰਦਾ ਪੈਦਾ ਹੁੰਦਾ ਹੈ ਜਾਂ ਕੋਈ ਰੁੱਖ ਦਰਖਤ ਪੈਦਾ ਹੁੰਦਾ ਹੈ, ਉਹਦਾ ਵਿਕਾਸ ਸ਼ੁਰੂ ਹੁੰਦਾ ਵਿੱਚ ਰੱਖਣੀ, ਵਿਨਾਸ਼ ਵੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਆਖਿਰ ਉਹ ਵਿਕਾਸ ਹੀ ਉਸ ਵੱਲ ਲੈ ਜਾਂਦਾ ਹੈ। ਜੇ ਅਸੀਂ ਪੈਦਾ ਨਾ ਹੁੰਦੇ ਤਾਂ ਅਸੀਂ ਬੱਚੇ ਵੀ ਨਹੀਂ ਸੀ ਬਣਨਾ। ਸਾਡਾ ਜਨਮ ਹੀ ਸਾਨੂੰ ਉਸਨੇ ਬਚਪਨ ਦਿੱਤਾ, ਨਾਲ ਹੀ ਵਿਕਾਸ ਸ਼ੁਰੂ ਹੋ ਗਿਆ। ਸਾਡਾ ਬਚਪਨ ਵੱਧਦਾ ਫੁੱਲ, ਸਾਨੂੰ ਪਤਾ ਵੀ ਨਹੀਂ ਲੱਗਾ ਅਸੀਂ ਜਵਾਨ ਹੋ ਗਏ ਤੇ ਜਵਾਨੀ ਤੋਂ ਹੀ ਅਸੀਂ ਬੁਢੇਪੇ ਵੱਲ ਅਗਰਸਰ ਹੋ ਗਏ ਤੇ ਇਹ ਬੁਢੇਪਾ ਆਖਿਰ ਇਹਦਾ ਅੰਤ ਆ ਜਾਣਾ। ਤਾਂ ਤਿੰਨੇ ਚੀਜ਼ਾਂ, ਜਨਮ, ਜੀਵਨ ਔਰ ਮੌਤ, निकास, विकास और विनाश, ये हुक्म दे अंदर है। हुक्म का मतलब ये नहीं कि रब किते उत्ते बैठा हुआ हुक्म दे रहा है कि तू पैदा हो ते तू मर। हुक्म का मतलब है इको वेरी नेम बन चुके ने, इको वेरी जो कुछ पाना सी पा दिता है, जो कुछ पाया एक वार। तो रब इस संसार तो वखरा नहीं है। यह चीज खास समझन वाली और ध्यान विच रखन वाली है। वो आप इस कायनात के अंदर समाया हुआ है। हुक्मी होवन आकार, पर अगला बचन करते ने हुक्म ना कहा जाई। हुक्म बारे क्या नहीं जा सकता। हुण इहदा मतलब ये नहीं कि असीं हुक्म बारे, कुदरत के नियमां बारे गल नहीं कर सकते, समझ नहीं सकते जां उन्हां नूं जान नहीं सकते। ਅਸੀਂ ਜਾਣ ਸਕਦੇ ਹਾਂ, ਕੁਝ ਨਿਯਮਾਂ ਨੂੰ ਜਾਣਿਆ ਹੈ ਵਿਗਿਆਨਕਾਂ ਨੇ, ਡਾਕਟਰਾਂ ਨੇ, ਇੰਜੀਨੀਅਰ ਲੋਕਾਂ ਨੇ, ਆਮ ਮਨੁੱਖ ਮਾਤਰ ਨੇ ਸਮਝਿਆ ਹੈ ਨਾ ਸਾਰੀਆਂ ਚੀਜ਼ਾਂ ਨੂੰ ਜਾਣਿਆ ਹੈ ਔਰ ਉਹਨਾਂ ਨਿਯਮਾਂ ਰਾਹੀਂ ਖੋਜਾਂ ਕਰਕੇ ਕਿੰਨਾ ਕੁਝ ਪੈਦਾ ਕੀਤਾ ਹੈ। ਅੱਗੇ ਬਹੁਤ ਕੁਝ ਵਿਕਾਸ ਹੋਏਗਾ, ਇਹਦਾ ਕੋਈ ਅੰਤ ਨਹੀਂ ਹੈ। ਇੱਥੇ ਹੁਕਮ ਨਾ ਕਿਹਾ ਜਾਈਦਾ ਮੀਨਿੰਗ ਇਹ ਹੈ ਕਿ ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ। जे असीं कुदरत के नियमां दा अंत चाहिए, कुदरत के नियमां दा अंत नहीं पा सकांगे कि इथों सिस्टम शुरू हुंदा है, इत्थे जाके मुक जांदा है, अनंत है।
क्योंकि जिवें रब आप अनंत है, ਉਹਦਾ ਇਹ ਪਸਾਰਾ ਅਨੰਤ ਹੈ, ਅਨੰਤ ਰੂਪ ਹੋ ਕੇ ਪਸਰਿਆ ਹੈ, ਨਿਯਮ ਰੂਪ ਹੋ ਕੇ ਸੰਸਾਰ ਵਿੱਚ ਸਮਾਇਆ ਹੈ। ਸੰਸਾਰ ਅਨੰਤ ਹੈ ਤਾਂ ਇਸ ਸੰਸਾਰ ਦੇ ਜੋ ਨੇਮ ਨੇ, ਕਾਇਦੇ ਕਾਨੂੰਨ ਨੇ, ਕੁਦਰਤ ਦੇ ਨਿਯਮ ਨੇ, ਉਹ ਵੀ ਅਨੰਤ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਇਹ ਇੱਥੇ ਚੀਜ਼ ਸਮਝਣ ਵਾਲੀ ਹੈ ਕਿ ਇਹ ਹੁਕਮ, ਇਹ ਨਿਯਮ ਅਨੰਤ ਨੇ, ਤਾਂ ਇਸ ਦਾ ਮਤਲਬ ਜੋ ਖੋਜਾਂ ਨੇ ਉਹ ਵੀ ਅਨੰਤ ਹੋਣਗੀਆਂ। ਅਸੀਂ ਕਹਿੰਦੇ ਆ ਨਾ ਚਾਰ ਖਾਣੀਆਂ, ਪਰ ਚਾਰ ਖਾਣੀਆਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਮੰਨੀਆਂ ਜਾ ਰਹੀਆਂ ਸੀ। ਮਨੁੱਖ ਦੀ ਪਕੜ ਵਿੱਚ ਚਾਰ ਖਾਣੀਆਂ ਆਈਆਂ, ਚਾਰ ਬਾਣੀਆਂ ਆਈਆਂ। ਪਾਵਨ ਬਾਣੀ ਵਿੱਚ ਕਹਿੰਦੇ ਨੇ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆਂ ਸੁਰਤੀ, ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਖਾਣੀਆਂ ਬਾਣੀਆਂ ਦਾ ਕੋਈ ਅੰਤ ਨਹੀਂ ਹੈ। ਪੈਦਾਇਸ਼ ਦੇ ਸਾਧਨ ਅਨੰਤ ਨੇ, ਅਨੰਤ ਹੋ ਸਕਦੇ ਨੇ। ਸਾਡੀ ਪਕੜ ਦੇ ਵਿੱਚ ਚਾਰ ਖਾਣੀਆਂ ਆਈਆਂ ਨੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਜਾਂ ਗੁਰਬਾਣੀ ਸਿਰਫ ਚਾਰ ਖਾਣੀਆਂ ਦੀ ਪ੍ਰੋੜਤਾ ਕਰਦੀ ਹੈ, ਨਹੀਂ। ਕਿਉਂਕਿ ਚਾਰਾਂ ਦੀ ਗੱਲ ਕਹੀ ਜਾ ਰਹੀ ਸੀ, ਇਸ ਲਈ ਚਾਰ ਖਾਣੀਆਂ ਵਰਤਿਆ ਹੈ। ਪਰ ਗੁਰੂ ਜੀ ਦਾ ਆਪਣਾ ਮੰਨਣਾ ਹੈ ਕਿ ਅਨੰਤ ਖਾਣੀਆਂ ਨੇ, ਅਨੰਤ ਬਾਣੀਆਂ ਨੇ, ਅਨੰਤ ਪੈਦਾਇਸ਼ ਦੇ ਢੰਗ ਨੇ। ਹੁਕਮ ਦੇ ਅੰਦਰ ਸਭ ਕੁਝ ਹੋ ਰਿਹਾ ਹੈ, ਲੇਕਿਨ ਹੁਕਮ ਦਾ ਅੰਤ ਪਾਇਆ ਨਹੀਂ ਜਾਂਦਾ। ਤਾਂ ਇਹ ਚੀਜ਼ ਨੋਟ ਕਰ ਲਓ, ਜਦੋਂ ਵੀ ਹੁਕਮ, ਰਜਾ, ਭਾਣਾ ਜਾਂ ਲੇਖ ਸ਼ਬਦ ਆਵੇ ਤਾਂ ਉਹਦਾ ਮਤਲਬ ਹੁੰਦਾ ਹੈ ਸਿਸਟਮ, ਲਾ ਆਫ ਨੇਚਰ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਹੁਣ ਇਹਨੂੰ ਬੜੇ ਗਲਤ ਢੰਗ ਦੇ ਨਾਲ ਬਿਆਨ ਕਰਦੇ ਨੇ ਕੁਝ ਲੋਕ ਕਿ ਮੱਥੇ ਦੇ ਉੱਤੇ ਲੇਖ ਲਿਖੇ ਨੇ, ਉਹਨਾਂ ਲੇਖਾਂ ਨੂੰ ਮਿਟਾਇਆ ਨਹੀਂ ਜਾ ਸਕਦਾ, ਤੇ ਇਹਨੂੰ ਕਿਸਮਤ ਦੇ ਨਾਲ ਜੋੜਦੇ ਨੇ ਕਿ ਗੁਰੂ ਜੀ ਨੇ ਕਿਹਾ ਹੈ ਕਿਸਮਤ ਲਿਖੀ ਹੈ। ਨਾ, ਲੇਖ ਦਾ ਮਤਲਬ ਹੁਕਮ, ਭਾਣਾ, ਸਿਸਟਮ, ਕਿ ਜੋ ਕੁਦਰਤ ਦੇ ਅੰਦਰ ਨਿਯਮ ਬਣੇ ਨੇ, ਇਹਨਾਂ ਕੁਦਰਤੀ ਨਿਯਮਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਕਿਵੇਂ ਨਹੀਂ ਮਿਟਾਇਆ ਜਾ ਸਕਦਾ? ਜਿਵੇਂ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ, ਸਿੰਪਲ ਜੀ ਮਿਸਾਲ, ਕਿ ਅਸੀਂ ਆਕਸੀਜਨ ਨਾਲ ਜਿੰਦਾ ਹਾਂ, ਇਹ ਲੇਖ ਲਿਖਿਆ ਹੈ ਨਾ, ਇਹ ਸਿਸਟਮ ਹੈ, ਇਹ ਹੁਕਮ ਹੈ, ਰਜਾ ਭਾਣਾ ਹੈ, ਕੁਦਰਤ ਦਾ ਨਿਯਮ ਹੈ। ਤਾਂ ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦੇ। ਪਾਣੀ ਦੇ ਵਿੱਚ ਵੜਨ ਦੇ ਨਾਲ ਜੇ ਤਰਨਾ ਨਹੀਂ ਆਉਂਦਾ ਤੇ ਬੰਦਾ ਡੁੱਬੇਗਾ, ਇਹ ਲੇਖ ਹੈ ਨਾ। ਤਾਂ ਅਸੀਂ ਡੁੱਬਾਂਗੇ ਜੇ ਤਰਨਾ ਨਹੀਂ ਆਉਂਦਾ ਤੇ, ਜੇ ਤਰਨਾ ਆਉਂਦਾ ਹੈ ਤੇ ਅਸੀਂ ਤੈਰ ਸਕਦੇ ਹਾਂ, ਜਿਹਨੂੰ ਤੈਰਨਾ ਨਹੀਂ ਆਏਗਾ ਡੁੱਬੇਗਾ। ਤਾਂ ਇਹ ਸਿਸਟਮ ਹੈ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ ਦਾ ਮਤਲਬ ਕਿ ਜੋ ਪ੍ਰਭੂ ਨੇ ਜਾਂ ਇਸ ਕੁਦਰਤ ਦੇ ਅੰਦਰ ਜੋ ਨਿਯਮ ਬਣਾਏ ਨੇ, ਬਣੇ ਨੇ, ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ, ਉਹਨਾਂ ਤੋਂ ਬਾਹਰ ਜੀਵਿਆ ਨਹੀਂ ਜਾ ਸਕਦਾ। ਅਗਲਾ ਬਚਨ ਕਰਦੇ ਨੇ ਹੁਕਮੀ ਹੋਵਨ ਜੀ। ਇਹਨੂੰ ਜੀ ਨਹੀਂ ਪੜਨਾ। ਜਦੋਂ ਵੀ ਕਿਸੇ ਅਕਸ਼ਰ ਦੇ ਪਿੱਛੇ ਐੜਾ ਆਏ ਨਾ ਖਾਲੀ, ਤਾਂ ਉਹ ਜੋ ਪਹਿਲੇ ਅਕਸ਼ਰ ਨੂੰ ਲਗ ਮਾਤਰ ਲੱਗੀ ਹੁੰਦੀ ਹੈ, ਉਸ ਨੂੰ ਥੋੜਾ ਲੰਬਾ ਕਰ ਦੇਣਾ ਹੈ, ਐੜਾ ਆਪੇ ਹੀ ਭੁੱਲ ਜਾਏਗਾ। ਹੁਕਮੀ ਹੋਵਨ ਜੀ, ਐੜਾ ਆਪੇ ਹੀ ਭੁੱਲ ਜਾਂਦਾ ਹੈ। ਹੁਕਮੀ ਹੋਵਨ ਜੀ, ਜੀ ਦਾ ਮਤਲਬ ਜੀਵ ਜੰਤ, ਹੁਕਮੀ ਦਾ ਮਤਲਬ ਹੁਕਮਾਂ ਵਿੱਚ, ਨੇਮਾਂ ਦੇ ਅੰਦਰ, ਕੁਦਰਤ ਦੀ ਜਿਹੜੀ ਨਿਯਮਾਵਲੀ ਹੈ, ਉਸ ਨਿਯਮਾਵਲੀ ਦੇ ਅੰਦਰ ਜੀਵ ਜੰਤ ਪੈਦਾ ਹੋ ਰਹੇ ਨੇ। ਹੁਣ ਜੋ ਅੰਡਿਆਂ ਵਾਲੇ ਜੀਵ ਨੇ, ਮੰਨ ਲਓ ਸਪੋਜ਼ ਕਿ ਕਿਸੇ ਪੰਛੀ ਦੇ ਅੰਡੇ ਨੇ, ਤਾਂ ਉਸਨੇ ਉਹਨਾਂ ਅੰਡਿਆਂ ਦੇ ਉੱਤੇ ਬਹਿਣਾ ਹੈ, ਕਿੰਨੀ ਉਹਨੂੰ ਹੀਟ ਦੇਣੀ ਹੈ, ਇਹ ਉਹਨਾਂ ਪੰਛੀਆਂ ਨੂੰ ਗਿਆਨ ਹੈ। ਤੇ ਉਹਨਾਂ ਅੰਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਨੇ। ਤੇ ਜੇ ਕਿਸੇ ਪੰਛੀ ਦੇ ਅੰਡੇ ਨੂੰ ਫਰਿੱਜ ਦੇ ਵਿੱਚ ਰੱਖ ਦਿੱਤਾ ਜਾਏ ਉਸ ਨਿਯਮ ਤੋਂ ਉਲਟ, ਤਾਂ ਉਹ ਬੱਚਾ ਉਹਦੇ ਚੋਂ ਪੈਦਾ ਨਹੀਂ ਹੋਏਗਾ। ਤੇ ਜੇ ਉਸ ਅੰਡੇ ਨੂੰ ਗਰਮ ਪਾਣੀ ਵਿੱਚ ਉਬਾਲ ਦਿੱਤਾ ਜਾਏ ਕਿ ਮਤਲਬ ਹੀਟ ਹੀ ਦੇਣੀ, ਜਰਾ ਜਲਦੀ ਹੀਟ ਦੇ ਦਿਓ ਤੇ ਬੱਚਾ ਛੇਤੀ ਪੈਦਾ ਹੋ ਜਾਏ, ਤਾਂ ਐਵੇਂ ਨਾ ਹੋਣਾ। ਸਿਸਟਮ ਹੈ ਇੱਕ, ਉਹ ਸਿਸਟਮ ਦੇ ਅੰਦਰ ਹੀ ਅੰਡੇ ਚੋਂ ਬੱਚਾ ਪੈਦਾ ਹੋਏਗਾ। ਇਸੇ ਤਰ੍ਹਾਂ ਹਰ ਜੀਵ ਜੰਤ ਦਾ ਨਿਯਮ ਹੈ ਕੁਦਰਤ ਦਾ, ਉਸ ਕੁਦਰਤ ਦੇ ਨੇਮ ਦੇ ਅੰਦਰ ਇਹ ਜੀਵ ਜੰਤ ਪੈਦਾ ਹੋ ਰਹੇ ਨੇ। ਚਾਹੇ ਨਿੱਕਾ ਜਿਹਾ ਬੈਕਟੀਰੀਆ ਹੈ, ਚਾਹੇ ਵੱਡਾ ਸਾਰਾ ਹਾਥੀ ਹੈ, ਮਨੁੱਖ ਮਾਤਰ ਹੈ, ਪਸ਼ੂ ਪੰਛੀ ਨੇ, ਸਭ ਜੀਵ ਰੱਬੀ ਹੁਕਮ ਦੇ ਅੰਦਰ ਪੈਦਾ ਹੋ ਰਹੇ ਨੇ। ਹੁਕਮ ਦਾ ਮਤਲਬ ਸਿਸਟਮ,
हुक्म दा मतलब लॉ ऑफ नेचर, हुक्म दा मतलब कुदरत दी नियमावली। हुक्म मिले वडियाई। हुण इस दुनिया विच किन्ने लोक ने जिन्हां नूं वडियाई मिलदी है, जिन्हां नूं बड़ा वड्डा माण मिलदा है। हुण इह माण इह नहीं कि रब ने लिख के भेजिया है उत्तों कि इहनूं माण मिलेगा। जे ते एवें है रब ने लिख के भेजिया है ਤਾਂ ਫਿਰ ਤਾਂ ਜਿਨ੍ਹਾਂ ਲੋਕਾਂ ਦੀ ਬੇਇੱਜ਼ਤੀ ਹੁੰਦੀ ਹੈ ਉਹਦਾ ਜ਼ਿੰਮੇਵਾਰ ਰੱਬ ਹੋਇਆ ਫਿਰ ਤਾਂ, ਕਿਉਂਕਿ ਉਹਨੇ ਮੇਰੀ ਕਿਸਮਤ ਵਿੱਚ ਲਿਖਿਆ ਨਹੀਂ ਮਾਣ, ਇਸ ਕਰਕੇ ਨਹੀਂ ਮਿਲੇਗਾ। ਫਿਰ ਤਾਂ ਜ਼ਿੰਮੇਵਾਰ ਰੱਬ ਹੋਇਆ ਸਾਡੀ ਬੇਇੱਜ਼ਤੀ ਦਾ, ਤਾਂ ਇੱਜ਼ਤ ਦਾ ਵੀ ਜ਼ਿੰਮੇਵਾਰ ਰੱਬ ਹੋਇਆ। ਪਰ ਐਸਾ ਨਹੀਂ ਹੈ। ਹੁਕਮ ਦਾ ਮਤਲਬ ਹੁਕਮ ਵਿੱਚ, ਹੁਕਮ ਦੇ ਦੁਆਰਾ ਸਿਸਟਮ ਵਿੱਚ, ਕੁਦਰਤੀ ਨਿਯਮਾਂ ਵਿੱਚ ਕਿਸੇ ਨੂੰ ਵਡਿਆਈ ਮਿਲਦੀ ਹੈ। ਕਿਵੇਂ ਮਿਲਦੀ ਹੈ? ਦੇਖੋ, ਹਜ਼ਾਰਾਂ ਸਾਲਾਂ ਤੋਂ ਲੋਕ ਫਲ ਖਾ ਰਹੇ ਸਨ, ਹਜ਼ਾਰਾਂ ਸਾਲਾਂ ਤੋਂ ਖਾ ਰਹੇ ਸਨ। ਸੇਬ ਡਿੱਗਦੇ ਸਨ, ਅਮਰੂਦ ਡਿੱਗਦੇ ਸਨ, ਬੇਰ ਡਿੱਗਦੇ ਸਨ, ਲੋਕ ਚੁੱਕ ਕੇ ਖਾਂਦੇ ਸਨ, ਪੱਥਰ ਮਾਰ ਕੇ ਤੋੜਦੇ ਸਨ, ਖਾਂਦੇ ਸਨ। ਪਰ ਨਿਊਟਨ ਦੇ ਉੱਤੇ ਇੱਕ ਫਲ ਡਿੱਗਿਆ ਤੇ ਨਿਊਟਨ ਨੇ ਪਹਿਲੀ ਵਾਰ ਸੋਚਿਆ ਕਿ ਇਹ ਫਲ ਥੱਲੇ ਕਿਉਂ ਡਿੱਗਿਆ ਹੈ, ਰੁੱਖ ਨਾਲੋਂ ਟੁੱਟ ਕੇ ਉੱਤੇ ਨੂੰ ਕਿਉਂ ਨਹੀਂ ਉੱਡ ਗਿਆ, ਸੱਜੇ ਖੱਬੇ ਕਿਉਂ ਨਹੀਂ ਚਲਾ ਗਿਆ, ਆਕਾਸ਼ ਵੱਲ ਕਿਉਂ ਨਹੀਂ ਉੱਡ ਗਿਆ। ਪਹਿਲੀ ਵਾਰੀ ਸੋਚਿਆ। ਹਜ਼ਾਰਾਂ ਸਾਲਾਂ ਤੋਂ ਫਲ ਡਿੱਗ ਰਹੇ ਸਨ, ਬਹੁਤ ਲੋਕ ਫਲ ਖਾ ਰਹੇ ਸਨ, ਪਰ ਉਹਨੇ ਪਹਿਲੀ ਵਾਰ ਸੋਚਿਆ ਕਿ ਇਹ ਫਲ ਥੱਲੇ ਕਿਉਂ ਡਿੱਗਿਆ ਹੈ। ਤੇ ਜਦੋਂ ਸੋਚਿਆ, ਖੋਜ ਕੀਤੀ, ਤਾਂ ਉਹਨੂੰ ਪਤਾ ਲੱਗਾ ਕਿ ਧਰਤੀ ਦੇ ਅੰਦਰ ਆਕਰਸ਼ਣ ਸ਼ਕਤੀ ਹੈ, ਗ੍ਰੇਵਿਟੀ ਫੋਰਸ ਹੈ। ਧਰਤੀ ਹਰ ਸ਼ੈ ਨੂੰ ਆਪਣੇ ਵੱਲ ਖਿੱਚਦੀ ਹੈ। ਉਹਨੇ ਖੋਜ ਕੀਤੀ, ਉਹਦੇ ਇਹਨਾਂ ਸਿਧਾਂਤਾਂ ਤੇ ਬਹੁਤ ਸਾਰੇ ਖੋਜਾਂ ਹੋਰ ਕੀਤੀਆਂ ਗਈਆਂ, ਤਾਂ ਇਹ ਮਾਣ ਕਿਵੇਂ ਮਿਲਿਆ ਉਹਨੂੰ? ਵਡਿਆਈ ਮਿਲੀ ਨਾ, ਨਿਊਟਨ ਨੂੰ ਮਿਲੀ ਕਿ ਗ੍ਰੇਵਿਟੀ ਫੋਰਸ ਤੱਕ ਖੋਜ ਕਰਤਾ ਨਿਊਟਨ ਹੈ। ਇਹ ਹੁਣ ਵਡਿਆਈ ਮੈਨੂੰ ਕਿਉਂ ਨਹੀਂ ਮਿਲੀ, ਤੁਹਾਨੂੰ ਕਿਉਂ ਨਹੀਂ ਮਿਲੀ, ਹੋਰ ਕਿਸੇ ਨੂੰ ਕਿਉਂ ਨਹੀਂ ਮਿਲੀ? ਕਿਉਂਕਿ ਉਹਨੇ ਖੋਜ ਕੀਤੀ ਹੈ ਨਾ। ਤਾਂ ਵਡਿਆਈ ਉਸ ਨੂੰ ਮਿਲੇਗੀ ਜੋ ਸਿਸਟਮ ਦੇ ਅੰਦਰ ਚੱਲੇਗਾ। ਜੇ ਕਿਸੇ ਬੰਦੇ ਨੂੰ, ਹੁਣ ਦੇਖੋ ਭਗਤ ਪੂਰਨ ਸਿੰਘ ਜੀ ਨੇ, ਉਹਨਾਂ ਨੂੰ ਵਡਿਆਈ ਮਿਲੀ, ਤਾਂ ਉਹਨਾਂ ਨੂੰ ਵਡਿਆਈ ਕਿਉਂ ਮਿਲੀ? ਉਹ ਵਡਿਆਈ ਸਾਨੂੰ ਕਿਉਂ ਨਹੀਂ ਮਿਲੀ? ਉਹਦਾ ਰੀਜ਼ਨ ਹੈ ਕਿ ਅਸੀਂ ਉਹ ਕੰਮ ਕੀਤਾ ਹੀ ਨਹੀਂ। ਸਿਸਟਮ ਹੈ ਨਾ ਕਿ ਜੋ ਕਿਸੇ ਦੀ ਸੇਵਾ ਕਰੇਗਾ, ਜੋ ਭਲਾ ਕਰੇਗਾ, ਉਸ ਬੰਦੇ ਨੂੰ ਵਡਿਆਈ ਮਿਲੇਗੀ। ਕਿ ਜੇ ਬੰਦਾ ਸਿਸਟਮ ਵਿੱਚ ਚੱਲਣ ਤੋਂ ਬਿਨਾਂ ਹੀ ਕਹੇ ਕਿ ਮੈਨੂੰ ਵਡਿਆਈ ਮਿਲੇ, ਮੇਰਾ ਮਾਣ ਕਰੋ, ਮੇਰਾ ਸਤਿਕਾਰ ਕਰੋ, ਤੇ ਮੰਗਿਆ ਵਡਿਆਈ ਥੋੜਾ ਮਿਲਦੀ। ਵਡਿਆਈ ਮਿਲਦੀ ਹੈ, ਹਰ ਇਨਸਾਨ ਨੂੰ ਮਿਲ ਸਕਦੀ ਹੈ, ਮੈਨੂੰ ਵੀ ਮਿਲ ਸਕਦੀ ਹੈ, ਤੁਹਾਨੂੰ ਵੀ ਮਿਲ ਸਕਦੀ ਹੈ, ਕਿਸੇ ਹੋਰ ਨੂੰ ਵੀ ਮਿਲ ਸਕਦੀ ਹੈ, ਲੇਕਿਨ ਸਿਸਟਮ ਦੇ ਅੰਦਰ ਮਿਲੇਗੀ, ਸਿਸਟਮ ਤੋਂ ਬਾਹਰ ਨਹੀਂ। ਤੁਸੀਂ ਆਪਣੇ ਪਰਿਵਾਰਾਂ ਵਿੱਚ ਵਿਚਰਦੇ ਹੋ, ਕਈ ਲੋਕ ਨੇ, ਉਹਨਾਂ ਨੂੰ ਰਿਸ਼ਤੇਦਾਰਾਂ ਵਿੱਚੋਂ, ਮਿੱਤਰਾਂ ਚੋਂ ਬਹੁਤ ਵਡਿਆਈ ਮਿਲਦੀ ਹੈ। ਲੋਕ ਪਿਆਰ ਕਰਦੇ ਨੇ, ਲੋਕ ਲੋਚਦੇ ਨੇ ਕਿ ਸਾਡੇ ਘਰ ਆਵੇ, ਸਾਡੇ ਨਾਲ ਗੱਲਬਾਤ ਕਰੇ, ਔਰ ਉਹਨਾਂ ਨੂੰ ਲੋਕ ਇਨਵਾਈਟ ਕਰਦੇ ਨੇ। ਵਡਿਆਈ ਮਿਲਦੀ ਹੈ ਨਾ, ਕਿਉਂ? ਕਿ ਉਹ ਕਿਸੇ ਸਿਸਟਮ ਨੂੰ ਫੋਲੋ ਕਰ ਰਹੇ ਨੇ। ਤੇ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਰਿਸ਼ਤੇਦਾਰ, ਸੱਜਣ ਮਿੱਤਰ ਵੀ ਕਹਿੰਦੇ ਨੇ ਵੀ ਸਾਡੇ ਘਰ ਨਾ ਵੜੀ, ਸਗੋਂ ਦੂਜਿਆਂ ਨੂੰ ਵੀ ਕਹਿੰਦੇ ਨੇ ਵੀ ਵਿਆਹ ਸ਼ਾਦੀ ਤੇ ਉਹਨੂੰ ਕਿਹਨੂੰ ਬੁਲਾਉਣ ਲੱਗੇ ਹੋ ਮੁਸੀਬਤ ਨੂੰ, ਉਹਨੇ ਜਾਣ ਕੇ ਸਾਰਾ ਕੰਮ ਗੜਬੜ ਕਰ ਦੇਣਾ, ਤਾਂ ਉਹਦਾ ਨਿਰਾਦਰ ਹੋਇਆ ਨਾ। ਤਾਂ ਜੇ ਇਸ ਦੁਨੀਆ ਵਿੱਚ ਕੋਈ ਵਡਿਆਈ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਸਿਸਟਮ ਨੂੰ ਸਮਝਣਾ ਪਵੇਗਾ। ਦੇਖੋ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਰੱਬ ਜਿੰਨੀ ਵਡਿਆਈ ਮਿਲ ਰਹੀ ਹੈ, ਲੋਕ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਆਪ ਰੱਬ ਵਰਗੇ ਨੇ। ਕਿਉਂ ਮਿਲੀ ਹੈ ਵਡਿਆਈ? ਕਿਉਂਕਿ ਉਹ ਹੁਕਮ ਅਨੁਸਾਰ ਕਿੰਨੀ ਲੰਬੀ ਚੌੜੀ ਉਹ ਦੁਨੀਆ ਦੀ ਉਹਨਾਂ ਨੇ ਸੇਵਾ ਕੀਤੀ ਹੈ, ਲੋਕਾਂ ਨੂੰ ਇੱਕ ਨਵੀਂ ਵਿਚਾਰਧਾਰਾ ਦਿੱਤੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ। ਐਸੀ ਜ਼ਿੰਦਗੀ, ਐਸੀ ਸੋਚ ਜਿਸ ਨੇ ਪੂਰੇ ਵਿਸ਼ਵ ਨੂੰ ਬਦਲ ਦਿੱਤਾ, ਜੋ ਪੂਰੇ ਸੰਸਾਰ ਅੰਦਰ ਇੱਕ ਸੁਰਤਾ ਲਿਆਉਣ ਦੀ ਸ਼ਕਤੀ ਰੱਖਦੀ ਹੈ, ਜਿਨ੍ਹਾਂ ਦੀ ਵਿਚਾਰਧਾਰਾ
ਤੇ ਹੁਣ ਉਹਨਾਂ ਨੂੰ ਵਡਿਆਈ ਥੋੜੀ ਮਿਲੇਗੀ ਜਿਹੜੇ ਜਾਤੀਵਾਦ ਤੇ ਹੋਰ ਜੋ ਗੱਲਾਂ ਕਰਨਗੇ, ਵਡਿਆਈ ਨਹੀਂ ਨਾ ਮਿਲ ਸਕਦੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਕਿਉਂ? ਕਿਉਂਕਿ ਉਹਨਾਂ ਦੀ ਵਿਚਾਰਧਾਰਾ ਬਹੁਤ ਵੱਡੀ ਹੈ, ਮਹਾਨ ਹੈ। ਇਸ ਲਈ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡਾ ਗੁਰੂ ਹੈ। ਵਡਿਆਈ ਜਿਨ੍ਹਾਂ ਨੂੰ ਮਿਲੀ ਹੁਣ ਭਾਈ ਕਨ੍ਹਈਆ ਜੀ ਨੇ, ਵਡਿਆਈ ਕਿਉਂ ਮਿਲ ਰਹੀ ਹੈ? ਕਿਉਂਕਿ ਉਹ ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ ਕਰ ਰਹੇ ਨੇ, ਸਿਸਟਮ ਦੇ ਅੰਦਰ, ਵਰਦੀਆਂ ਗੋਲੀਆਂ ਵਿੱਚ, ਚੱਲਦੇ ਤੀਰਾਂ ਅੰਦਰ, ਖੜਕਦੇ ਨੇਜ਼ਿਆਂ ਦੇ ਅੰਦਰ ਬਿਨਾਂ ਵਿਤਕਰੇ ਤੋਂ ਪਾਣੀ ਪਿਲਾ ਰਹੇ ਨੇ, ਬਿਨਾਂ ਵਿਤਕਰੇ ਤੋਂ ਮਰਮ ਪੱਟੀ ਲਗਾ ਰਹੇ ਨੇ। ਤਾਂ ਇਹ ਵਡਿਆਈ ਲੈਣ ਵਾਸਤੇ ਤਾਂ ਭਾਈ ਕਨ੍ਹਈਆ ਵਰਗਾ ਕੰਮ ਕਰਨਾ ਪਵੇਗਾ ਨਾ। ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਜਾਂ ਹੋਰ ਸਿੰਘ ਸਿੰਘਣੀਆਂ ਨੇ, ਉਹਨਾਂ ਦੇ ਨਾਮ ਅਰਦਾਸ ਵਿੱਚ ਕਿਉਂ ਸ਼ਾਮਲ ਹੋ ਗਏ? ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ਼ ਦਿੱਤੇ, ਸਾਡੇ ਨਾਮ ਸ਼ਾਮਲ ਕਿਉਂ ਨਹੀਂ ਹੋਏ? ਸਾਨੂੰ ਵਡਿਆਈ ਕਿਉਂ ਨਹੀਂ ਮਿਲੀ? ਕਿਉਂਕਿ ਅਸੀਂ ਸਿਸਟਮ ਨੂੰ ਫੋਲੋ ਹੀ ਨਹੀਂ ਕੀਤਾ। ਜਿਹੜਾ ਫੋਲੋ ਕਰੇਗਾ ਉਹਨੂੰ ਵਡਿਆਈ ਮਿਲੇਗੀ। ਇੱਕ ਬੱਚਾ ਸਕੂਲ ਵਿੱਚ ਬਹੁਤ ਚੰਗੇ ਨੰਬਰ ਲੈ ਕੇ ਆਂਦਾ ਹੈ ਤਾਂ ਉਹਨੂੰ ਵਡਿਆਈ ਮਿਲਦੀ ਹੈ ਕਿ ਇਸ ਪੂਰੇ ਸਕੂਲ ਚੋਂ ਫਸਟ ਆਇਆ ਹੈ। ਦੂਜੇ ਨੂੰ ਵਡਿਆਈ ਮਿਲਦੀ ਹੈ ਪੂਰੇ ਜ਼ਿਲ੍ਹੇ ਚੋਂ, ਤੀਜੇ ਨੂੰ ਵਡਿਆਈ ਮਿਲਦੀ ਹੈ ਪੂਰੇ ਸਟੇਟ ਚੋਂ, ਤੇ ਚੌਥੇ ਨੂੰ ਵਡਿਆਈ ਮਿਲਦੀ ਹੈ ਪੂਰੇ ਦੇਸ਼ ਚੋਂ। ਤਾਂ ਪਿੱਛੇ ਇੱਕ ਨਿੱਕੀ ਜਿਹੀ ਬੱਚੀ ਸੀ, ਉਹਦੀ ਹੈਂਡ ਰਾਈਟਿੰਗ ਇੰਨੀ ਸੁੰਦਰ ਹੈ ਕਿ ਪੂਰੀ ਦੁਨੀਆ ਦੇ ਵਿੱਚ ਉਹਦੀ ਹੈਂਡ ਰਾਈਟਿੰਗ ਬਹੁਤ ਸੁੰਦਰ ਹੈ, ਪੂਰੀ ਦੁਨੀਆ ਚੋਂ। ਤਾਂ ਉਹ ਵਡਿਆਈ ਤਾਂ ਹੀ ਮਿਲੀ ਨਾ, ਉਹਨੇ ਫੋਲੋ ਕੀਤੀ ਚੀਜ਼ ਨੂੰ। ਥੋੜੇ ਦਿਨ ਪਹਿਲਾਂ ਇੱਕ ਬੱਚੀ, ਮੇਰੇ ਖਿਆਲ 17 ਸਾਲ ਦੀ ਹੈ, ਉਹ ਇੱਕ ਇੰਟਰਵਿਊ ਦੇਣ ਗਈ ਹੈ ਜਿਸ ਨੂੰ 13 ਭਾਸ਼ਾਵਾਂ ਯਾਦ ਨੇ। 13 ਭਾਸ਼ਾਵਾਂ ਪੂਰੀਆਂ ਸਹੀ ਬੋਲਦੀ ਹੈ, ਐਨ ਉਹਨਾਂ ਭਾਸ਼ਾਵਾਂ ਵਰਗਾ ਉਚਾਰਨ ਕਰਦੀ ਹੈ, ਲੋਕਾਂ ਵਰਗਾ। ਜੈਪਨੀਜ਼ ਹੈਗੀ ਹੈ, ਜਾਂ ਇਟਾਲੀਅਨ ਹੈਗੀ ਹੈ, ਜਾਂ ਅਮਰੀਕਨ ਇੰਗਲਿਸ਼ ਹੈ, ਕੈਨੇਡੀਅਨ ਇੰਗਲਿਸ਼ ਹੈ, ਹਿੰਦੀ ਹੈ, ਹੋਰ ਬਹੁਤ ਸਾਰੀਆਂ 13 ਭਾਸ਼ਾਵਾਂ ਬੋਲਦੀ ਹੈ। ਤਾਂ ਉਹਨੂੰ ਵਡਿਆਈ ਮਿਲੀ। ਹੁਣ ਇਹ ਵਡਿਆਈ ਤਾਂ ਉਸੇ ਲੈਂਗੁਏਜ ਯਾਦ ਕਰੇਗਾ। ਜੇ ਉਹਦੇ ਤੋਂ ਅੱਗੇ ਜਾਣਾ ਹੈ ਤੇ 14 ਯਾਦ ਕਰਨੀਆਂ ਪੈਣਗੀਆਂ, ਜਿਹੜਾ ਯਾਦ ਕਰੇਗਾ ਉਹਨੂੰ ਮਿਲ ਜਾਏਗੀ। ਤਾਂ ਵਡਿਆਈ ਮਾਣ ਮੰਗਿਆ ਨਹੀਂ ਮਿਲਦਾ ਹੁਕਮ ਵਿੱਚ। ਤੇ ਹੁਕਮ ਦਾ ਮਤਲਬ ਇਹ ਨਹੀਂ ਕਿ ਉੱਤੋਂ ਲਿਖਿਆ ਆਇਆ ਹੈ, ਇਹ ਸੰਸਾਰ ਦੇ ਕੁਦਰਤ ਦੇ ਨੇਮ ਨੇ, ਇਹਨਾਂ ਨੂੰ ਹੁਕਮ ਕਹਿੰਦੇ ਨੇ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਅਗਲਾ ਬਚਨ ਕਰਦੇ ਨੇ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਹੁਕਮ ਦੇ ਅੰਦਰ ਕੋਈ ਉੱਤਮ ਹੈ ਤੇ ਕੋਈ ਨੀਚ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ, ਕੋਈ ਧਰਮੀ ਹੈ, ਕੋਈ ਅਧਰਮੀ ਹੈ, ਕੋਈ ਨਿਆਂਕਾਰੀ ਹੈ, ਕੋਈ ਅਨਿਆਂਕਾਰੀ ਹੈ, ਕੋਈ ਚੋਰ ਹੈ ਤੇ ਕੋਈ ਸਾਧ ਹੈ, ਕੋਈ ਦਾਨੀ ਹੈ ਤੇ ਕੋਈ ਲੁਟੇਰਾ ਹੈ। ਹੁਕਮ ਦੇ ਅੰਦਰ ਕੋਈ ਉੱਤਮ ਔਰ ਕੋਈ ਨੀਚ, ਚੰਗੇ ਔਰ ਮਾੜੇ, ਸਾਰੇ ਹੁਕਮ ਵਿੱਚ ਨੇ। ਹੁਣ ਅਸੀਂ ਇਹਨਾਂ ਚੀਜ਼ਾਂ ਦਾ ਨਜਾਇਜ਼ ਲਾਭ ਉਠਾਉਂਦੇ ਹਾਂ ਕਿ ਰੱਬੀ ਹੋ ਜੀ, ਰੱਬ ਨੇ ਲਿਖ ਕੇ ਭੇਜਿਆ ਹੈ, ਉਹ ਚੰਗਾ ਹੈ ਮਾੜਾ ਹੈ, ਰੱਬ ਨੇ ਕਿਸਮਤ ਲਿਖੀ ਹੈ। ਇਹਦਾ ਮਤਲਬ ਨੀਵੀਂ ਕਿਸਮਤ, ਨੀਵੀਂ ਬਿਰਤੀ ਜਿਹੜੀ ਹੈ ਰੱਬ ਨੇ ਲਿਖ ਦਿੱਤੀ ਹੈ। ਸ਼ਰਾਬਾਂ ਪੀਵੀ ਜਾਓ, ਡਾਕੇ ਮਾਰੀ ਜਾਓ, ਜੂਏ ਖੇਲੀ ਜਾਓ, ਰੱਬ ਨੇ ਲਿਖਿਆ। ਐਸਾ ਨਹੀਂ ਹੈ, ਕਿਸੇ ਦੇ ਉੱਤੋਂ ਲਿਖ ਕੇ ਨਹੀਂ ਆਉਂਦਾ। ਰੱਬ ਕਿਸੇ ਨੂੰ ਮਾੜਾ ਨਹੀਂ ਲਿਖਦਾ। ਕੋਈ ਮਾਂ-ਬਾਪ ਹੈ ਜਿਹੜਾ ਆਪਣੇ ਇੱਕ ਬੱਚੇ ਨੂੰ ਕਹੇ ਤੂੰ ਚੋਰੀਆਂ ਕਰ, ਡਾਕੇ ਮਾਰ, ਕਤਲ ਕਰ, ਸ਼ਰਾਬਾਂ ਪੀ, ਨਸ਼ੇ ਖਾ, ਤੇ ਦੂਜੇ ਨੂੰ ਕਹੇ ਵੀ ਤੂੰ ਧਰਮੀ ਬਣ? ਨਹੀਂ ਨਾ। ਮਾਂ-ਬਾਪ ਤਾਂ ਹਰ ਬੱਚੇ ਨੂੰ ਚੰਗਾ ਵੇਖਣਾ ਚਾਹੁੰਦਾ ਹੈ। ਏਕ ਪਿਤਾ ਏਕਸ ਕੇ ਹੰਬਾਰਿਕ, ਪੂਰੀ ਦੁਨੀਆ ਰੱਬ ਸਾਂਝਾ ਪਿਤਾ ਹੈ ਤੇ ਉਹਦੀ ਸੰਤਾਨ ਹੈ, ਤਾਂ ਉਹ ਸਾਰਿਆਂ ਨੂੰ ਹੀ ਚੰਗਾ ਬਣਾਏਗਾ ਨਾ, ਸਾਰਿਆਂ ਨੂੰ ਸੁੱਖ ਦੇਵੇਗਾ ਨਾ, ਸਾਰਿਆਂ ਵਾਸਤੇ ਇੱਕੋ ਜਿਹੇ ਸਾਧਨ ਪੈਦਾ ਕਰੇਗਾ। ਤੇ ਉਸਨੇ ਕੀਤੇ ਵੀ ਨੇ। ਸੂਰਜ ਇਹ ਨਹੀਂ ਕਿ ਚੰਗਿਆਂ ਨੂੰ ਰੋਸ਼ਨੀ ਦੇ ਰਿਹਾ ਤੇ ਮਾੜਿਆਂ ਨੂੰ ਨਹੀਂ ਦਿੰਦਾ। ਅਮੀਰ ਦੇ ਮਹਿਲ ਵਿੱਚ ਚਾਨਣਾ ਦੇਵੇਗਾ ਤੇ ਗਰੀਬ ਦੀ ਝੁੱਗੀ ਵਿੱਚ ਨਹੀਂ ਦੇਵੇਗਾ। ਐਸਾ ਕੋਈ ਨਿਯਮ ਨਹੀਂ, ਸਭ ਵਾਸਤੇ ਬਰਾਬਰ ਮੌਕੇ, ਬਰਾਬਰ। ਉੱਤਮ ਔਰ ਹੁਕਮ ਵਿੱਚ ਹੈ। ਹੁਕਮ ਦਾ ਮਤਲਬ ਕੀ ਹੈ ਜੀ? ਬੋਲ ਕੇ ਦੱਸੋ ਆਪਣੇ ਅਨਮਿਊਟ ਹੋਣ ਤੋਂ ਬਿਨਾਂ ਹੀ। ਹੁਕਮ ਦਾ ਮਤਲਬ ਸਿਸਟਮ, ਨਿਯਮ। ਹੁਕਮ ਦਾ ਮਤਲਬ ਨਿਯਮ, ਲਾ ਆਫ ਨੇਚਰ। ਇਸ ਨੇਚਰ ਦੇ ਲਾ ਦੇ ਅੰਦਰ, ਹੁਕਮ ਦੇ ਅੰਦਰ ਕੋਈ ਉੱਤਮ ਹੈ। ਦੇਖੋ, ਜੇ ਚੰਗੇ ਬੋਲ ਬੋਲੋਗੇ, ਪਿਆਰੇ ਬੋਲ ਬੋਲੋਗੇ, ਮਿੱਠੇ ਬੋਲ ਬੋਲੋਗੇ, ਪਰ ਉਪਕਾਰ ਕਰੋਗੇ ਤਾਂ ਉੱਤਮ ਹੋ ਜਾਓਗੇ ਨਾ। ਇਹ ਸਿਸਟਮ ਹੈ।
ਤੁਹਾਨੂੰ उत्तम ਕਿਹਾ ਜਾਏਗਾ, ਚੰਗੇ ਕਿਹਾ ਜਾਏਗਾ, ਧਰਮੀ ਕਿਹਾ ਜਾਏਗਾ। ਤੇ ਜੇ ਭਾਈ ਝੂਠ ਬੋਲੋਗੇ, ਕਤਲ ਕਰੋਗੇ, ਡਾਕੇ ਮਾਰੋਗੇ, ਈਰਖਾ ਕਰੋਗੇ, ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਓਗੇ ਤੇ ਤੁਸੀਂ ਨੀਚ ਹੋ ਜਾਓਗੇ। ਇਹ ਸਿਸਟਮ ਵਿੱਚ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ। ਸਿਸਟਮ ਵਿੱਚ ਹੁਣ ਮਰਜ਼ੀ ਸਾਡੀ ਆਪਣੀ ਹੈ ਕਿ ਉੱਤਮ ਬਣਨਾ ਕਿ ਨੀਚ ਬਣਨਾ ਹੈ। ਰੱਬ ਕਿਸੇ ਦਾ ਵੈਰੀ ਨਹੀਂ ਹੈ, ਅਸੀਂ ਆਪ ਆਪਣੇ ਵੈਰੀ ਹਾਂ। ਅਸੀਂ ਆਪ ਆਪਣੇ ਆਪ ਨੂੰ ਨੀਵਾਂ ਬਣਾ ਲਿਆ ਹੈ, ਕਿਉਂਕਿ ਅਸੀਂ ਨੇਮ ਉਹ ਫੋਲੋ ਕੀਤੇ ਨੇ ਜੋ ਥੱਲੇ ਨੂੰ ਜਾ ਰਹੇ ਨੇ। ਪੌੜੀਆਂ ਸਿਰਫ ਪੌੜੀਆਂ ਨੇ, ਪੌੜੀਆਂ ਨਾ ਥੱਲੇ ਜਾਂਦੀਆਂ ਨੇ ਨਾ ਉੱਤੇ ਜਾਂਦੀਆਂ ਨੇ। ਬੰਦਾ ਚਾਹੇ ਪੌੜੀਆਂ ਰਾਹੀਂ ਉੱਤੇ ਚਲਾ ਜਾਏ ਚਾਹੇ ਥੱਲੇ ਆ ਜਾਏ, ਪੌੜੀਆਂ ਤੇ ਪੌੜੀਆਂ ਨੇ, ਇੱਕ ਉੱਤੇ ਜਾ ਰਿਹਾ ਇੱਕ ਥੱਲੇ ਆ ਰਿਹਾ, ਉਹਦੀ ਮਰਜ਼ੀ। ਜੀਵਨ ਹੈ, ਇਹਦੇ ਵਿੱਚ ਗਿਰਾਵਟ ਵੀ ਹੈ, ਇਹਦੇ ਵਿੱਚ ਉਚਾਈ ਵੀ ਹੈ। ਕਾਮ, ਕ੍ਰੋਧ, ਲੋਭ ਆਦਿਕ ਦੀ ਗਲਤ ਵਰਤੋਂ ਕਰੋ, ਇਹ ਗਿਰਾਵਟ ਵਿੱਚ ਲੈ ਜਾਣਗੇ। ਇਹਨਾਂ ਦੀ ਸਹੀ ਵਰਤੋਂ ਕਰੋ, ਸਤ ਸੰਤੋਖ ਦੇ ਰੂਪ ਵਿੱਚ ਉੱਚੇ ਲੈ ਜਾਣਗੇ। ਮਰਜ਼ੀ ਹਰ ਇੱਕ ਦੀ ਸਿਸਟਮ ਹੈ, ਇਹਦੇ ਤੋਂ ਫਿਰ ਬਾਹਰ ਨਹੀਂ ਹੋਇਆ ਜਾ ਸਕਦਾ। ਕੰਮ ਕਰਨ ਲੱਗਿਆ ਬੰਦਾ ਬਿਲਕੁਲ ਆਜ਼ਾਦ ਹੈ। ਉਹਨੂੰ ਸਿਸਟਮ ਦੇ ਅੰਦਰ ਫਿਰ ਕਰਮ ਭੋਗਣਾ ਪਵੇਗਾ। ਤਾਂ ਹੁਕਮੀ ਉੱਤਮ ਨੀਚ ਕਾਇਨਾਤ ਦੇ ਜੋ ਬਜਵੇਂ ਨਿਯਮ ਨੇ, ਉਹਨਾਂ ਨਿਯਮਾਂ ਨੂੰ ਫੋਲੋ ਕਰਨ ਵਾਲੇ ਉੱਤਮ ਹੋ ਜਾਂਦੇ ਨੇ, ਤੇ ਜੋ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹ ਨੀਚ ਹੋ ਜਾਂਦੇ ਨੇ। ਸਭ ਸਿਸਟਮ ਦੇ ਵਿੱਚ ਨੇ। ਔਰ ਜੇ ਕੋਈ ਉੱਤਮ ਹੈ ਜਾਂ ਨੀਚ ਹੈ, ਉਹ ਸਿਸਟਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਅਗਲਾ ਬਚਨ ਕਰਦੇ ਨੇ, ਹੁਕਮ ਲਿਖ ਦੁੱਖ ਸੁਖ ਪਾਈਏ ਹੈ। ਇਹ ਫਰਸੀ ਤੇ ਨੀਚ ਦੇ ਚੱਚੇ ਥੱਲੇ ਵੀ ਔਂਕੜ ਸੀ। ਇਹ ਇੱਕ ਵਚਨੀ ਸ਼ਬਦ ਨੇ, ਸਿੰਗੂਲਰ। ਤੇ ਅੱਗੇ ਹੁਕਮ ਲਿਖ ਦੁੱਖ ਸੁਖ ਪਾਈਏ ਹੈ। ਦੁੱਖ ਔਰ ਸੁਖ ਦਾ ਖੱਖਾ ਮੁਕਤਾ ਹੈ। ਇਹ ਪਲੂਰਲ ਨੇ, ਬਹੁਵਚਨ ਨੇ। ਬਹੁਤੇ ਸੁਖ ਬਹੁਤੇ ਦੁੱਖ ਹੁਕਮ ਦੇ ਅੰਦਰ ਹੀ ਲਿਖ ਕੇ ਸੁਖ ਔਰ ਦੁੱਖ ਪਾਏ ਜਾਂਦੇ ਹਨ ਜਾਂ ਪਾਈਦੇ ਹਨ। ਹੁਕਮ ਅੰਦਰ ਲਿਖ ਕੇ ਸੁਖ ਦੁੱਖ ਪਾਏ ਜਾਂਦੇ ਹਨ ਜਾਂ ਮਿਲਦੇ ਹਨ। ਲਿਖ ਕੇ, ਲਿਖੇ ਅਨੁਸਾਰ ਹੁਕਮ ਦੇ ਵਿੱਚ ਮਿਲਦੇ ਨੇ ਸੁਖ ਦੁੱਖ। ਹੁਣ ਇਹਦੀ ਵੀ ਅਸੀਂ ਵਰਤੋਂ ਕਰਨੇ ਆ ਕਿ ਰੱਬ ਨੇ ਲਿਖ ਕੇ ਭੇਜਿਆ ਹੈ ਸਾਡੇ ਮੱਥੇ ਤੇ ਕਿਸਮਤ, ਉਹਦੇ ਅਨੁਸਾਰ ਕੋਈ ਸੁਖੀ ਹੈ ਕੋਈ ਦੁਖੀ ਹੈ, ਕਿਸੇ ਦੀ ਕਿਸਮਤ ਚੰਗੀ ਹੈ ਕਿਸੇ ਦੀ ਮਾੜੀ ਹੈ। ਐਸਾ ਨਹੀਂ ਹੈ। ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਰੱਬ ਕਿਸੇ ਦੀ ਕਿਸਮਤ ਮਾੜੀ ਨਹੀਂ ਲਿਖਦਾ, ਰੱਬ ਕਿਸੇ ਦੀ ਕਿਸਮਤ ਚੰਗੀ ਨਹੀਂ ਲਿਖਦਾ। ਉਹ ਵਿਤਕਰੇ ਕਰਦਾ ਹੀ ਨਹੀਂ, ਉਹ ਹੈ ਹੀ ਨਿਰਵੈਰ ਹੈ। ਤਾਂ ਉਹ ਕਿਸੇ ਨਾਲ ਵੈਰ ਕਿਉਂ ਕਮਾਏਗਾ? ਉਹ ਹੈ ਹੀ ਦਿਆਲੂ ਹੈ। ਨਾਲੇ ਉਹਨੂੰ ਦਿਆਲੂ ਕਹਿ ਰਹੇ ਹੋ ਤੇ ਨਾਲ ਉਹਨੂੰ ਕਹਿ ਰਹੇ ਹੋ ਕਿ ਸਾਨੂੰ ਪੋਲੀਓ ਕਰ ਦਿੰਦਾ, ਨਾਲ ਕਹਿ ਰਹੇ ਹੋ ਕਿ ਸਾਨੂੰ ਦੁੱਖ ਦੇ ਰਿਹਾ। ਤਾਂ ਉਹ ਦਿਆਲੂ ਹੈ ਤਾਂ ਫਿਰ ਉਹ ਅਤਿਆਚਾਰੀ ਹੋਏਗਾ। ਇੱਕ ਹੋਏਗਾ ਨਾ, ਫਿਰ ਉਹ ਨਿਰਵੈਰ ਨਹੀਂ ਫਿਰ ਕਵਾਂਗੇ, ਫਿਰ ਤੇ ਪੱਖਪਾਤੀ ਹੋ ਗਿਆ ਨਾ ਸਾਡੀ ਤਰ੍ਹਾਂ। ਰੱਬ ਐਸਾ ਨਹੀਂ ਹੈ, ਸਾਡੇ ਵਰਗਾ ਨਹੀਂ ਵੀ ਉਹ ਪੱਖਪਾਤੀ ਹੈ ਜਾਂ ਉਹ ਵੈਰ ਕਮਾਉਂਦਾ ਨਾ। ਹੁਣ ਹੁਕਮ ਲਿਖ ਅਸੀਂ ਆਪ ਰਹੇ ਹਾਂ। ਕਿਵੇਂ ਲਿਖਿਆ ਜਾਂਦਾ ਹੈ, ਇਹ ਚੀਜ਼ ਨੂੰ ਅਸਾਂ ਧਿਆਨ ਨਾਲ ਸਮਝਣਾ। ਸਾਡੇ ਅੰਦਰ ਕੋਈ ਕਲਪਨਾ ਪੈਦਾ ਹੁੰਦੀ ਹੈ, ਵਿਚਾਰ ਪੈਦਾ ਹੁੰਦਾ ਹੈ, ਚੰਗਾ ਜਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕਿਹੜਾ ਵਿਚਾਰ ਪੈਦਾ ਹੋ ਰਿਹਾ। ਵਿਚਾਰ ਪੈਦਾ ਹੋਇਆ, ਉਸ ਵਿਚਾਰ ਨੂੰ ਅਸੀਂ ਫਿਰ ਵਿਚਾਰਿਆ, ਉਸ ਵਿਚਾਰ ਨੂੰ ਅਸੀਂ ਸ਼ਬਦੀ ਰੂਪ ਦਿੱਤਾ, ਬੋਲਾਂ ਨਾਲ ਬੋਲਿਆ, ਤੇ ਫਿਰ ਉਸ ਵਿਚਾਰ ਨੂੰ ਅਸੀਂ ਪ੍ਰੈਕਟੀਕਲੀ ਰੂਪ ਦਿੱਤਾ। ਉਹ ਜਿਹੜਾ ਕੰਮ ਸਾਡੇ ਮਨ ਵਿੱਚ ਵਿਚਾਰ ਆਇਆ ਉਹ ਅਸੀਂ ਕੰਮ ਕਰ ਦਿੱਤਾ। ਦੁਬਾਰਾ ਫਿਰ ਅਸੀਂ ਉਹ ਕੰਮ ਕੀਤਾ, ਫਿਰ ਕੀਤਾ। ਤਾਂ ਇਸ ਤਰ੍ਹਾਂ ਜਿਹੜੇ ਸਾਡੇ ਅੰਦਰ ਵਿਚਾਰ ਆਉਂਦੇ ਨੇ, ਸਾਡੇ ਅੰਦਰ ਸੰਸਕਾਰ ਬਣ ਗਏ। ਉਹਨਾਂ ਸੰਸਕਾਰਾਂ ਨੇ ਸਾਡਾ ਸੁਭਾਅ ਬਣਾ ਦਿੱਤਾ, ਚੰਗਾ ਜਾਂ ਮੰਦਾ। ਉਸ ਸੁਭਾਅ ਮੁਤਾਬਕ ਅਸੀਂ ਚੱਲ ਰਹੇ ਹਾਂ, ਜੀਵਨ ਜੀ ਰਹੇ ਹਾਂ। ਤੇ ਉਸ ਸੁਭਾਅ ਮੁਤਾਬਕ ਜੋ ਅਸੀਂ ਕਰਮ ਕਰਾਂਗੇ ਫਿਰ ਉਹਦਾ ਸਾਨੂੰ ਫਲ ਮਿਲੇਗਾ। ਹੁਣ ਕਈਆਂ ਦਾ ਸੁਭਾਅ ਬੜਾ ਮਿੱਠਾ ਹੈ,
बड़ा प्यारा है, परोपकार वाला है, वो कदे कौड़ा बोलते ही नहीं। ਤੇ ਐਸੇ ਇਨਸਾਨ ਸੱਚੇ ਜਿਹੜੇ ਨੇ, ਸੱਚੇ ਆਚਰਨ ਵਾਲੇ ਨੇ, ਉਹ ਕਿਤੇ ਵੀ ਜਾਣਗੇ, ਜਿਸ ਵੀ ਜਗ੍ਹਾ ਤੇ ਜਾਣਗੇ, ਉਹਨਾਂ ਨੂੰ ਮਾਣ ਮਿਲੇਗਾ। ਲੇਕਿਨ ਦੂਜੇ ਨੇ ਜਿਨ੍ਹਾਂ ਦੇ ਬੋਲ ਮਾੜੇ ਨੇ, ਜਿਨ੍ਹਾਂ ਵਿੱਚ ਈਰਖਾ ਹੈ, ਜਿਨ੍ਹਾਂ ਵਿੱਚ ਹੰਕਾਰ ਹੈ, ਉਹ ਜਿੱਥੇ ਵੀ ਜਾਣਗੇ ਉਹਨਾਂ ਨੂੰ ਕੋਈ ਪਿਆਰ ਨਹੀਂ ਕਰੇਗਾ। ਅਗਲੀ ਗੱਲ, ਜੇ ਕਿਸੇ ਬੰਦੇ ਨੇ ਆਪਣਾ ਸੁਭਾਅ ਨਸ਼ਿਆਂ ਵਾਲਾ ਬਣਾ ਲਿਆ, ਅੱਜ ਇੱਕ ਪੈਗ ਲਾਇਆ, ਕੱਲ ਨੂੰ ਦੂਜਾ ਲਾਇਆ, ਫਿਰ ਹੌਲੀ ਹੌਲੀ 2 ਪੈਗ ਲਾਣੇ, ਫਿਰ 3, ਥੋੜੀ ਜਿਹੀ ਫੀਮ ਖਾ ਲਈ, ਫਿਰ ਹੌਲੀ ਹੌਲੀ ਪੱਕੇ ਆਦੀ ਹੋ ਗਏ, ਥੋੜਾ ਜਿਹਾ ਜਰਦਾ ਖਾ ਲਿਆ, ਹੌਲੀ ਹੌਲੀ ਪੂਰੀ ਖਾਣ ਲੱਗ ਗਏ। ਇਸ ਤਰ੍ਹਾਂ ਥੋੜੀ ਜਿਹੀ ਕਿਸੇ ਦੀ ਚੋਰੀ ਕੀਤੀ, ਅੱਜ ਪੈਨ ਕੀਤਾ ਚੋਰੀ, ਤੇ ਪੈਨ ਤੋਂ ਬਾਅਦ ਥੋੜੀ ਕਿਸੇ ਦੀ ਡੈਰੀ ਚੋਰੀ ਕਰ ਲਈ, ਫਿਰ 5 ਪਾਉਂਡ ਕੱਢ ਲਏ, ਫਿਰ ਹੌਲੀ ਹੌਲੀ ਚੋਰ ਬਣ ਗਿਆ ਨਾ। ਇਹ ਲੇਖ ਅਸੀਂ ਆਪ ਲਿਖ ਰਿਹਾ, ਇਹਨੂੰ ਕਹਿੰਦੇ ਨੇ ਲਿਖਣਾ। ਸੰਸਕਾਰ, ਸੁਪਨਾਵਾਂ, ਸਾਡੇ ਵਿਚਾਰ, ਜਿਵੇਂ ਦੇ ਵਿਚਾਰ ਅੰਦਰ ਆਉਂਦੇ ਨੇ, ਉਹ ਵਿਚਾਰ ਫਿਰ ਇੱਕ ਨਿਊਰੋਪਾਥ ਬਣ ਜਾਂਦਾ ਹੈ, ਸਾਡਾ ਸੁਭਾਅ ਬਣ ਜਾਂਦਾ ਹੈ, ਉਹਦੇ ਮੁਤਾਬਕ ਅਸੀਂ ਕਰਮ ਕਰਦੇ ਹਾਂ, ਉਹਨਾਂ ਕਰਮਾਂ ਮੁਤਾਬਕ ਸਾਨੂੰ ਸੁੱਖ ਜਾਂ ਦੁੱਖ ਮਿਲੇਗਾ। ਹੁਣ ਦੇਖੋ, ਇਹਨਾਂ ਦੇਸ਼ਾਂ, ਵਿਕਾਸਸ਼ੀਲ ਦੇਸ਼ ਨੇ, ਵਿਕਸਿਤ ਦੇਸ਼ ਨੇ, ਇੱਥੇ ਹਰ ਬੰਦਾ ਥੋੜੀ ਜਿਹੀ ਮਿਹਨਤ ਕਰੇ ਤੇ ਆਪਣਾ ਮਕਾਨ ਵੀ ਲੈ ਸਕਦਾ ਹੈ। ਥੋੜੀ ਮਿਹਨਤ ਕਰਕੇ ਹਰ ਬੰਦਾ ਆਪਣੀ ਰੋਟੀ ਪਾਣੀ ਠੀਕ ਢੰਗ ਦੇ ਨਾਲ ਖਾ ਸਕਦਾ ਹੈ। ਜੇ ਬਹੁਤੀ ਮਹਿੰਗੀ ਕਾਰ ਨਹੀਂ, ਥੋੜੀ ਸਸਤੀ ਲੈ ਲਏਗਾ, ਬਹੁਤਾ ਵੱਡਾ ਘਰ ਨਹੀਂ, ਥੋੜਾ ਛੋਟਾ ਘਰ ਲੈ ਲਏਗਾ, ਲੈ ਸਕਦਾ ਥੋੜੀ ਮਿਹਨਤ ਕਰਕੇ, ਜੇ ਘਰ ਦੇ ਜੀ ਮਿਹਨਤ ਕਰਨ। ਇੱਥੇ ਖਾਣ ਪੀਣ ਦੀ ਸਹੂਲਤਾਂ ਹਰ ਬੰਦੇ ਨੂੰ ਮਿਲੀਆਂ ਨੇ। ਲੇਕਿਨ ਇਹਨਾਂ ਦੇਸ਼ਾਂ ਵਿੱਚ ਵੀ ਬਹੁਤ ਸਾਰੇ ਹੋਮਲੈਸ ਲੋਕ ਨੇ ਨਾ। ਕੌਣ ਨੇ ਉਹ? ਰੱਬ ਨੇ ਥੋੜਾ ਹੋਮਲੈਸ ਬਣਾਇਆ, ਗਵਰਨਮੈਂਟ ਤੇ ਸਾਰਿਆਂ ਨੂੰ ਸਹੂਲਤਾਂ ਦੇ ਰਹੀ ਹੈ, ਪਰ ਉਹਨਾਂ ਨੇ ਆਪਣੇ ਲੇਖ ਹੀ ਐਸੇ ਲਿਖ ਲੈਣੇ, ਉਹ ਡਰੱਗੀ ਬਣ ਗਏ ਨੇ ਤੇ ਸੜਕਾਂ ਦੇ ਉੱਤੇ ਨਿੱਕਾ ਜਿਹਾ ਤੰਬੂ ਜਿਹਾ ਤਾਣ ਕੇ ਪਏ ਹੁੰਦੇ ਨੇ। ਨਾ ਉਹਨਾਂ ਨੂੰ ਰੱਬ ਨੇ ਐਵੇਂ ਕਿਹਾ ਹੈ, ਨਾ ਉਹਨਾਂ ਨੂੰ ਗਵਰਨਮੈਂਟ ਨੇ ਐਵੇਂ ਕਿਹਾ ਹੈ, ਨਾ ਹੀ ਕਿਸੇ ਨੇ ਉਹਨਾਂ ਦੀ ਕਿਸਮਤ ਮਾੜੀ ਲਿਖੀ, ਉਹਨਾਂ ਨੇ ਆਪ ਇਹ ਲੇਖ ਲਿਖ ਲੈਣੇ। ਇਹਨੂੰ ਕਹਿੰਦੇ ਨੇ ਲੇਖ ਲਿਖਣਾ। ਹੁਣ ਨੂੰ ਸੱਸ ਦੀ ਆਪਸ ਨਹੀਂ ਬਣਦੀ ਤੇ ਉਹਨਾਂ ਦੇ ਲੇਖ ਕਿੰਨੇ ਲਿਖੇ ਨੇ? ਰੱਬ ਨੇ ਥੋੜਾ ਲਿਖ ਕੇ ਭੇਜੇ। ਸੁਭਾਅ ਹੀ ਐਸਾ ਹੈ, ਚਾਹੇ ਸੱਸ ਦਾ ਜਾਂ ਨੂੰਹ ਦਾ, ਸਹੁਰੇ ਦਾ ਜਾਂ ਨੂੰਹ ਦਾ, ਧੀ ਦਾ ਜਾਂ ਜਵਾਈ ਦਾ, ਕਿਸੇ ਦਾ ਵੀ, ਜਦੋਂ ਸੁਭਾਅ ਐਸਾ ਬਣਾ ਲਿਆ ਤੇ ਫਿਰ ਉੱਥੇ ਮਾਣ ਕਿਵੇਂ ਮਿਲੇ? ਸੁੱਖ। ਇਹਨੂੰ ਕਹਿੰਦੇ ਨੇ ਲੇਖ ਲਿਖਣਾ। ਹੁਕਮ ਤੋਂ ਬਾਹਰ ਨਹੀਂ, ਹੁਕਮ ਲਿਖ, ਦੁੱਖ ਸੁੱਖ ਪਾਈ ਹੈ। ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ, ਮੀਨਸ ਸਿਸਟਮ ਦੇ ਅੰਦਰ, ਲਾ ਆਫ ਨੇਚਰ ਵਿੱਚ ਸੁੱਖ ਔਰ ਦੁੱਖ ਆਪਣੇ ਕੀਤੇ ਕਰਮਾਂ ਰਾਹੀਂ ਪਾਏ ਜਾਂਦੇ ਨੇ। ਮੰਨ ਲਓ ਸਾਡੇ ਘਰ ਕਲੇਸ਼ ਹੈ, ਮੇਰੀ ਔਰ ਘਰ ਵਾਲੀ ਦੀ ਨਹੀਂ ਬਣਦੀ, ਬੱਚਿਆਂ ਨਾਲ ਮੇਰੀ ਨਹੀਂ ਬਣਦੀ, ਤਾਂ ਉਹਦਾ ਦੋਸ਼ੀ ਕੌਣ ਹੈ? ਕੀ ਮੇਰੇ ਰਿਸ਼ਤੇਦਾਰ, ਮੇਰੇ ਦੋਸਤ ਜਾਂ ਤੁਸੀਂ? ਨਾ, ਸਾਡਾ ਪਰਿਵਾਰ ਦੋਸ਼ੀ ਹੈ। ਉਹਦੇ ਵਿੱਚ ਮੇਰੀ ਨੂੰਹ ਹੋਵੇ, ਪੁੱਤਰ ਹੋਵੇ, ਮੈਂ ਹੋਵਾਂ, ਮੇਰੀ ਘਰ ਵਾਲੀ ਹੋਵੇ, ਪੋਤਰੀ ਹੋਵੇ, 4-5 ਅਸੀਂ ਜੋ ਜੀ ਹਾਂ, ਅਸੀਂ ਦੋਸ਼ੀ ਹਾਂ, ਕਿਉਂਕਿ ਅਸੀਂ ਆਪਣੇ ਘਰ ਦਾ ਸਿਸਟਮ ਹੀ ਨਹੀਂ ਸੈੱਟ ਕੀਤਾ। ਅਸੀਂ ਬੋਲ ਇੱਕ ਦੂਜੇ ਨਾਲ ਬੋਲ ਰਹੇ ਹਾਂ ਗਲਤ, ਸਾਡਾ ਇੱਕ ਦੂਜੇ ਉੱਤੇ ਵਿਸ਼ਵਾਸ ਹੀ ਨਹੀਂ ਹੈ। ਨਿੱਕੀ ਜੀ ਕੋਈ ਗੱਲ ਕਹਿੰਦਾ, ਅਗਲਾ ਗਲਾਸ ਮਾਰਦਾ, ਉਹ ਚੁੱਕ ਕੇ ਪਰੇ, ਥੋੜੀ ਜੀ ਗੱਲ ਕਹੀ, ਇੱਕ ਨੇ ਥਾਲੀ ਪਰੇ ਸੁੱਟ ਦਿੱਤੀ। ਇਹ ਸਿਸਟਮ ਕਿਹਨੇ ਬਣਾਇਆ? ਅਸੀਂ ਬਣਾਇਆ ਨਾ, ਉਹਦੇ 'ਚ ਤੁਹਾਡਾ ਕਾਹਦਾ ਦੋਸ਼? ਜੇ ਹੁਣ ਮੈਂ ਕਹਾਂ ਮੇਰੇ ਸਹੁਰਿਆਂ ਦਾ ਦੋਸ਼ ਹੈ, ਜਾਂ ਕੋਈ ਕਵੇ ਕਿ ਸਾਡੇ ਸਹੁਰਿਆਂ ਦਾ, ਉਹਨਾਂ ਨੇ ਤੇ ਤੁਹਾਨੂੰ ਧੀਰੇ ਦਿੱਤੀ। ਹੁਣ ਸੈਟਿੰਗ ਤੇ ਤੁਸੀਂ ਆਪ ਕਰਨੇ ਨਾ, ਜਿਹੜੇ ਲੇਖ ਦਾ ਫਲ ਮਿਲਦਾ। ਤਾਂ ਗੁਰੂ ਜੀ ਕਹਿੰਦੇ ਨੇ, ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈ ਹੈ। ਸਿਸਟਮ ਦੇ ਅੰਦਰ, ਕੁਦਰਤ ਦੇ ਬਜਵੇਂ ਨੇਮ ਦੇ ਅੰਦਰ ਇਹ ਸੁੱਖ ਔਰ ਦੁੱਖ ਨੇ, ਤੇ ਇਹ ਤੁਹਾਡੇ ਆਪਣੇ ਕੀਤੇ ਕਰਮਾਂ ਦੇ ਨੇ, ਤੁਹਾਡੇ ਬੋਲਾਂ ਦੇ ਨੇ, ਤੁਹਾਡੇ ਬਿਹੇਵੀਅਰ ਦੇ ਨੇ। ਚਾਹੇ ਸੁੱਖ ਨੇ ਜਾਂ ਦੁੱਖ ਨੇ, ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ, ਮੈਂ ਖੁਦ ਜ਼ਿੰਮੇਵਾਰ। ਅਗਲਾ ਬਚਨ ਕਰਦੇ ਨੇ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਦਾ ਮਤਲਬ ਕਈ, ਬਖਸ਼ੀਸ ਦਾ ਮਤਲਬ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਕਈ ਲੋਕ ਨੇ ਜੋ ਬਖਸ਼ਿਸ਼ ਦੇ ਪਾਤਰ ਬਣ ਗਏ, ਉਹਨਾਂ ਤੇ ਬਖਸ਼ਿਸ਼ ਹੋ ਗਈ। ਇੱਕ ਹੁਕਮੀ ਸਦਾ ਭਵਾਈਆਂ, ਭਵਾਈਆਂ ਦਾ ਮਤਲਬ ਭਟਕਾਏ ਜਾਂਦੇ ਨੇ, ਇੱਕ ਹੁਕਮ ਦੇ ਅੰਦਰ ਭਟਕਾਏ ਜਾ ਰਹੇ ਨੇ। ਹੁਣ ਅਸੀਂ ਇਹਨੂੰ ਵੀ ਐਵੇਂ ਐਕਸਪਲੇਨ ਸਾਡੇ ਵੀਰਾਂ ਨੇ ਕੀਤਾ ਹੈ,
ਆਪ ਸਮਝਿਆ ਹੈ ਅਸੀਂ ਦੋਸ਼ ਮੁਕਤ ਹਾਂ, ਇੱਥੇ ਵੀ ਦੋਸ਼ੀ ਅਸੀਂ ਰੱਬ ਨੂੰ ਦੇ ਦਿੰਦੇ ਆ ਕਿ ਰੱਬ ਨੇ ਇੱਕ ਦੇ ਉੱਤੇ ਬਖਸ਼ਿਸ਼ ਕਰ ਦਿੱਤੀ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪੁਆਈ ਹੈ ਤੇ ਇੱਕ ਨੂੰ ਰੱਬ ਨੇ ਪਟਕਾ ਦਿੱਤਾ। ਤੇ ਦੋਸ਼ੀ ਕੌਣ ਹੋਇਆ? ਅਸੀਂ ਤੇ ਬਿਲਕੁਲ ਸੁਪਰਪੂਰਨ ਹੋਏ, ਅਸੀਂ ਤੇ ਚੰਗੇ ਭਲੇ ਹੋਏ, ਰੱਬ ਨੇ ਪਟਕਾਤਾ। ਜੇ ਮੈਂ ਗੁਰਦੁਆਰਿਓਂ ਜੁੱਤੀਆਂ ਚੁੱਕ ਲਿਆ ਤੇ ਰੱਬ ਨੇ ਕਿਹਾ ਮੈਨੂੰ ਭਾਈ ਮੂਰ ਸਿੰਘ ਜੁੱਤੀ ਚੁੱਕ ਲੈ, ਕਿਉਂਕਿ ਮੈਂ ਤੇ ਉਹਦੇ ਹੁਕਮ ਵਿੱਚ ਆ, ਮੈਨੂੰ ਉਹਨੇ ਹੁਕਮ ਦਿੱਤਾ ਜੁੱਤੀ ਚੁੱਕ। ਤਾਂ ਇਹਦਾ ਮਤਲਬ ਰੱਬ ਜੁੱਤੀ ਚੋਰ ਹੋਇਆ ਕਿ ਉਹਦੇ ਮੇਰੇ ਨਾਲ ਕਮਿਸ਼ਨ ਨੇ ਵੀ 4 ਜੋੜੇ ਚੁੱਕ ਲਈ, 3 ਤੂੰ ਰੱਖ ਲਈ, 2 ਮੈਨੂੰ ਦੇ ਦੀ, ਤੈਨੂੰ ਫੜਿਆ ਨਹੀਂ ਜਾਣ ਦੇ। ਪ੍ਰੋਬਲਮ ਆ ਗਈ ਨਾ। ਤਾਂ ਇੱਕ ਨਾ ਹੁਕਮੀ ਬਖਸ਼ੀਸ਼, ਹੁਕਮ ਦਾ ਮਤਲਬ ਸਿਸਟਮ, ਜੋ ਸਿਸਟਮ ਨੂੰ ਫੋਲੋ ਕਰੇਗਾ ਉਹਦੇ ਤੇ ਬਖਸ਼ਿਸ਼ ਹੋ ਜਾਏਗੀ। ਜੇ ਬਖਸ਼ਿਸ਼ ਵਾਲੇ ਸਿਸਟਮ ਨੂੰ ਫੋਲੋ ਕਰੋਗੇ ਤੇ ਬਖਸ਼ਿਸ਼ ਹੋ ਜਾਏਗੀ। ਇਹਨੂੰ ਆਪਾਂ ਛੋਟੀ ਜਿਹੀ ਮਿਸਾਲ ਦੇ ਨਾਲ ਸਮਝਦੇ ਹਾਂ। ਇੱਕ ਪਿਤਾ ਦੇ 2 ਬੱਚੇ ਨੇ, ਉਹਨਾਂ ਨੂੰ ਸਕੂਲ ਤੱਕ ਛੱਡਣ ਵਾਸਤੇ ਡਰਾਈਵਰ ਜਾਂਦਾ ਹੈ ਮਰਸ਼ ਦੀ ਕਾਰ ਵਿੱਚ, ਇੱਕੋ ਹੀ ਕਾਰ ਹੈ, ਇੱਕੋ ਹੀ ਘਰੋਂ ਨਿਕਲਦੇ ਨੇ, ਇੱਕੋ ਹੀ ਡਰਾਈਵਰ, ਇੱਕ ਹੀ ਸਕੂਲ ਦੇ ਅੰਦਰ ਪੜ੍ਹ ਰਹੇ ਨੇ। ਫੀਸ ਦੋਵਾਂ ਦੀ ਬਰਾਬਰ ਹੈ, ਖਾਣ ਪੀਣ ਵਾਸਤੇ ਸਾਰੀਆਂ ਸਹੂਲਤਾਂ ਬਰਾਬਰ ਨੇ। ਪਰ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਬਹੁਤ ਹੁਸ਼ਿਆਰ ਨਿਕਲ ਗਿਆ, ਉਹ ਡਾਕਟਰ ਬਣ ਗਿਆ, ਤੇ ਦੂਜਾ ਪੜਿਆ, ਸਕੂਲ ਫੇਲ ਹੋ ਗਿਆ, ਅਮਲੀ ਬਣ ਗਿਆ, ਮੰਡੀਰ ਦੇ ਵਿੱਚ ਰਲ ਗਿਆ, ਮੰਡੀਰ ਨਾਲ ਰਲ ਕੇ ਕਿਸੇ ਦੀ ਲੱਤ ਤੋੜਤੀ, ਕਤਲ ਕਰਤਾ, ਜੇਲ੍ਹ ਵਿੱਚ ਪਿਆ ਹੈ। ਹੁਣ ਪਿਓ ਤੇ ਇੱਕ ਦੇ ਬੱਚੇ ਨੇ ਸਕੂਲ ਇੱਕ ਵਿੱਚ ਜਾ ਰਹੇ ਨੇ, ਇੱਕ ਬੜਾ ਮਹਾਨ ਹੋ ਗਿਆ, ਇੱਕ ਬੜਾ ਪਾਪੀ ਹੋ ਗਿਆ। ਰੀਜ਼ਨ ਹੁਣ ਰੱਬ ਨੇ ਥੋੜਾ ਬਣਾ ਦਿੱਤਾ ਹੈ। ਪਿਓ ਨੇ ਸਕੂਲ ਇਸ ਵਾਸਤੇ ਥੋੜੀ ਭੇਜਿਆ ਸੀ ਕਿ ਬੱਚਾ ਡਾਕੂ ਬਣ ਜਾਏ ਨਾ, ਪਿਓ ਨੇ ਇਸ ਕਰਕੇ ਭੇਜਿਆ ਸੀ, ਕੁਝ ਫੀਸ ਭਰੀ ਕਿ ਇਹ ਮੇਰੇ ਬੱਚੇ ਦੋਵੇਂ ਮਹਾਨ ਬਣਨ। ਪਿਓ ਦੀ ਭਾਵਨਾ ਤੇ ਇਹ ਹੈ। ਪਰ ਅੱਗੇ ਹੁਕਮੀ, ਇੱਕ ਨਾ ਹੁਕਮੀ ਬਖਸ਼ੀਸ਼, ਹੁਕਮ ਦੇ ਅੰਦਰ ਇੱਕ ਤੇ ਬਖਸ਼ਿਸ਼ ਹੋ ਗਈ, ਉਹਨੇ ਸਿਸਟਮ ਨੂੰ ਫੋਲੋ ਕੀਤਾ, ਅਧਿਆਪਕ ਦੀ ਗੱਲ ਧਿਆਨ ਨਾਲ ਸੁਣੀ, ਸਕੂਲ ਦੀ ਵਰਦੀ ਪਾ ਕੇ ਗਿਆ, ਟਾਈਮ ਨਾਲ ਜਾਂਦਾ ਰਿਹਾ, ਸਕੂਲ ਟੀਚਰ ਦਾ ਲੈਕਚਰ ਸੁਣਿਆ, ਹੋਮਵਰਕ ਕੀਤਾ, ਕਲਾਸ ਤਰ ਕਲਾਸ ਪਾਸ ਹੁੰਦਾ। ਉਹਨੇ ਸਿਸਟਮ ਨੂੰ ਫੋਲੋ ਕੀਤਾ, ਉਹਦੇ ਤੇ ਬਖਸ਼ਿਸ਼ ਹੋ ਗਈ, ਉਹ ਡਾਕਟਰ ਬਣ ਗਿਆ। ਤੇ ਦੂਜੇ ਨੇ ਉਸ ਹੁਕਮ ਨੂੰ ਫੋਲੋ ਨਹੀਂ ਕੀਤਾ, ਦੂਜੇ ਨੇ ਦੂਜਾ ਸਿਸਟਮ ਫੋਲੋ ਕੀਤਾ, ਉਹ ਭਟਕਦਾ ਫਿਰ ਬਰਬਾਦ ਹੋ ਗਿਆ। ਇਹਨੂੰ ਕਹਿੰਦੇ ਨੇ ਹੁਕਮ, ਸਿਸਟਮ। ਇਹ ਹੈ ਲਿਖਣਾ। ਉਹਨੇ ਆਪਣੀ ਕਿਸਮਤ ਆਪ ਲਿਖੀ ਤੇ ਉਹਨੇ ਮਾੜੀ ਕਿਸਮਤ ਆਪਣੀ ਆਪ ਲਿਖੀ। ਬਿਲ ਗੇਟਸ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ। ਉਹ ਕਹਿੰਦਾ ਵੀ ਜੇ ਤੁਸੀਂ ਗਰੀਬ ਪੈਦਾ ਹੋਏ ਹੋ ਤੇ ਤੁਹਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਕਿਉਂਕਿ ਮਾਂ-ਬਾਪ ਨੇ ਜਨਮ ਦਿੱਤਾ ਹੈ, ਗਰੀਬ ਘਰ ਵਿੱਚ ਪੈਦਾ ਹੋ ਗਏ, ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ। ਪਰ ਉਹ ਕਹਿੰਦਾ ਵੀ ਜੇ ਤੁਸੀਂ ਗਰੀਬ ਮਰਦੇ ਹੋ ਤੇ ਫਿਰ ਤੁਹਾਡਾ ਦੋਸ਼। ਗਰੀਬ ਪੈਦਾ ਹੋਏ ਦੇ ਵਿੱਚ ਤੁਹਾਡਾ ਦੋਸ਼ ਨਹੀਂ, ਪਰ ਜੇ ਤੁਸੀਂ ਮਿਹਨਤ ਕਰਨੀ ਚਾਹੀਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਉਹ ਨੇ, ਕਈ ਉਹ ਨੇ ਜੋ ਸਿਸਟਮ ਨੂੰ ਫੋਲੋ ਕਰਕੇ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਇੱਕ ਹੁਕਮੀ ਸਦਾ ਭਵਾਈਏ ਹੈ, ਭਵਾਈਏ ਦਾ ਮਤਲਬ ਭਟਕਾਏ ਜਾਂਦੇ ਨੇ, ਯਾਨੀ ਕਿਵੇਂ ਭਟਕਾਏ ਜਾਂਦੇ ਨੇ, ਉਹ ਏਮਲੈਸ ਨੇ, ਉਹਨਾਂ ਦੀ ਜ਼ਿੰਦਗੀ ਦਾ ਕੋਈ ਏਮ ਨਹੀਂ ਹੈ। ਉਹ ਉਸ ਕਿਸ਼ਤੀ ਵਰਗੇ ਨੇ ਜਿਸ ਕਿਸ਼ਤੀ ਵਿੱਚ ਬੰਦਾ ਬਿਠਾ ਦਿੱਤਾ ਹੈ, ਸਮੁੰਦਰ ਵਿੱਚ ਛੱਡ ਦਿੱਤਾ ਹੈ। ਕਿਸ਼ਤੀ ਦੇ ਅੰਦਰ ਨਾ ਮਲਾਹ ਹੈ, ਨਾ ਚੱਪੂ ਨੇ, ਨਾ ਇੰਜਨ ਹੈ। ਹੁਣ 2 ਲਹਿਰਾਂ ਆਉਂਦੀਆਂ ਨੇ ਇੱਧਰ ਨੂੰ, 2 ਲਹਿਰਾਂ ਇੱਧਰ ਨੂੰ, ਆਖਿਰ ਉਹ ਘੁੰਮਣ ਘੇਰੀ ਦੇ ਵਿੱਚ ਫਸ ਕੇ ਕਿਤੇ ਡੁੱਬ ਜਾਂਦੀ ਹੈ, ਬੰਦਾ ਵੀ ਡੁੱਬ ਜਾਂਦਾ ਹੈ। ਤੇ ਜਿਸ ਨੇ ਆਪਣਾ ਏਮ ਨਿਸ਼ਚਿਤ ਕੀਤਾ ਹੈ, ਕਿਸ਼ਤੀ ਵਿੱਚ ਚੱਪੂ ਨੇ, ਇੰਜਣ ਮਲਾਹ ਹੈ, ਉਹ ਵੱਧ ਰਿਹਾ, ਇਹਨੂੰ ਕਹਿੰਦੇ ਨੇ ਭਟਕਾਣਾ ਔਰ ਇਹਨੂੰ ਕਹਿੰਦੇ ਨੇ ਬਖਸ਼ਿਸ਼। ਆਪ ਗੋਲ ਨਿਸ਼ਚਿਤ ਕਰੋ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਤੁਹਾਡਾ ਗੋਲ ਕੀ ਹੈ। ਆਪਣਾ ਗੋਲ ਫਿਕਸ ਕਰੋ ਕਿ ਤੁਹਾਡਾ ਗੋਲ ਕੀ ਹੈ।
उस गोल वास्ते दिन रात काम करो। इनू कहंदे ने बख्शिश, ते उस गोल नू पा लो, उस गोल नू पा लो। पर दूजा एक ऐसा है जिस तक कोई गोल नहीं। जिवें तुसीं सड़क दे उत्ते कई पागल बंदे विचारे फिरदे देखे होणगे, तरस आउंदा है ना उन्हां ते। तुरे जा रहे ने पर उन्हां नू पता नहीं किधर तुरे जा रहे हैं, बोल रहे ने पर उन्हां नू पता नहीं की बोल रहे, कपड़े पाए ने पर पता नहीं की पाए ने, खा रहे ने पर पता नहीं की खा रहे ने। इसे तरह एक बंदा तुरया ते जा रहा है पर उन्होंने पता नहीं जा किधर रहा है, मेरा गोल है, मेरी बोलों का रिजल्ट की निकलेगा, जैसी मैं जिंदगी जी रहा आने वाले टाइम में मेरिया पीढ़ियां का हाल की होएगा। जे असी अपने क्लास वाले वीर ये सोचिए कि पंथक तौर पे जो गुरु नानक देव ने सानू सिक्खी दे सिद्धांत दिते ने, जे उन्होंने असी फॉलो ना किया, आने वाले टाइम के अंदर साडी सिक्खी दा, पंथ दा, साडियां आने वालियां पीढ़ियां दा की हाल होएगा। गोल ही कोई नहीं। इनू कहंदे ने भटकना। ये हुक्म दे अंदर है, सिस्टम दे अंदर है। ਤਾਂ ਜਿਹੜਾ ਸਿਸਟਮ ਨੂੰ ਫੋਲੋ ਕਰੇਗਾ ਉਹ ਗੋਲ ਤੇ ਪਹੁੰਚ ਜਾਏਗਾ, ਤੇ ਜਿਹੜਾ ਸਿਸਟਮ ਨੂੰ ਫੋਲੋ ਨਹੀਂ ਕਰੇਗਾ ਭਟਕਦਾ ਰਹੇਗਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਣ ਗੁਰੂ ਜੀ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਦਾ ਮਤਲਬ ਸਭ ਕੋਈ, ਧਰਤੀ ਚੰਦਰਮਾ ਸੂਰਜ ਗ੍ਰਹਿ ਨਕਸ਼ਤਰ ਤਾਰੇ ਸਿਆਰੇ ਸਿਤਾਰੇ ਖੰਡ ਮੰਡਲ ਬ੍ਰਹਿਮੰਡ ਅਨੰਤ ਆਕਾਸ਼ ਗੰਗਾਵਾਂ मनुख मातर पशु पंछी जीव जंत वनस्पति अग्नि हवा पानी आदि दिसता अणदिसता जगत सब कुछ हुक्म दे अंदर है, सिस्टम दे विच है। बाहर हुक्म ना कोई, हुक्म तो बाहर कोई नहीं है। यह चीज नू समझ लेना। इत्थे एक बहुत वड्डी सानू नसीहत मिलेगी। साडा बहुत सारा आर्थिक और मानसिक शोषण हुंदा है, असीं उस चीज तो बचांगे। हुण देखो, जैसे मात पिता बिन बाल ना हुई, मां बाप तो बिना बच्चा नहीं ना पैदा हुंदा, सिस्टम है। मां विच पिता विच कोई कमी है, उसनूं दूर कीता जा सकदा है। पर सानू कहा जाता है कि फलां थां ते बाबा है, तुसीं बाबे कोल मत्था टेक के आओ, सेब देवेगा ते तुहाडे वल पुत्तर होएगा। कि ऐसा हो सकता है? जे एवें हो सकता है कि कोई बाबा वर दे के पुत्र दे सकता है, होगे हुक्म में अंदर सबको दा मतलब हर कोई सिस्टम विच है कि बाबे दे वर दे नाल सिस्टम बदल जाएगा। कि कोई ज्योतिषी सिस्टम नू बदल सकता है? नहीं बदल सकता, क्योंकि हर कोई सिस्टम विच है। हुणे भी जंतर मंतर तर सराफ ज्योतिष आदिक ने इन्हां दे नाल किसी दी किस्मत नू बदलन दे दावे निर्मूल और झूठे ने। और कोरोना महामारी ने बहुत कुछ स्पष्ट कर दिता है। अज किथे ने वार देन वाले जेड़े बच्चे दे सकते ने किसी नू सकते ने, समस्या दा हल 24 घंटिया समस्या का हल। इन्हें अखबार भरे ने और हाले भी भरे ने। इन्ने लोग मूर्ख ने, हाले भी उन्होंने विश्वास कर रहे हैं। बंदा पूछे भी कोरोना तो वड्डी किहड़ी समस्या होएगी? तुसीं यार लो 10-20 लाख रुपया, करोड़ 2 करोड़ रुपया, सारे देश ते तुहानूं अमीर बना देंगे, तुसीं कोरोना दूर करो। और एक बंदा पिछे कह रहा सी, असीं अरदास करदे हां कि रब किसे वैज्ञानिक दे दिमाग दे अंदर चीज पाए भी वो वैक्सीन खोजे, ते फिर कल नूं कहणगे जी असीं ओह किया सी तां होई। बंदा पूछे भी तू अपने लिए क्यों नहीं करदा भी मेरे दिमाग दे विच पा ते मैं वैक्सीन बनावां। सिस्टम बाहर हुक्म ना कोई, हुक्म तो बाहर कोई नहीं है। जे असीं इस चीज नूं समझ लईए और इस चीज ते अमल करिए तां अज जिहड़ी आर्थिक और मानसिक शोषण हो रहा है धर्म के नाम पे, अज बंद हो जाएगा। तुसीं आजाद हो जाओगे इन्हां चीज़ां तो। पिछे एक ज्योतिषी की डेथ हुई है, जिहड़ा मतलब लोगों के भविख दसदा सी, लेकिन उसकी अपनी डेथ हो गई है बीमारी नाल। उन्होंने आप नहीं पता कि मैं बीमारी नाल मरना है।
जेकर ऐसा हुंदा, मैं पिछे भी बेनती की सी, कई लोग सट्टे दे नंबर दसते ने, लाटरियां दे नंबर दसते ने कि बाबा जी लाटरी दे 51 रुपये लैके करोड़ रुपये लाटरी का नंबर दिंदे ने। बंदा पूछे भी बेवकूफ होएगा कि तुहाडे तो 51 लैके ते तुहानू करोड़ रुपया आप पा लवे लाटरी, कि उस करोड़ दे विचों 20-30 लाख रुपया आप रख ले, जे एडा दानी बाकी वंड दवे। पर वो 51 लै रहा, उन्होंने पता है होणगे मूर्ख मेरे कोल आउणगे। और ये सारा धंधा आम लोगों की अज्ञानता के उत्ते चलता है। ते जे लोग गुरु साहब जी की इस पावन बाणी नूं पढ़न, इनू समझन, इहदे ते अमल करन ते लुट खसुट बंद हो जाएगी, हुक्म दा समझ आ जाएगा, सिस्टम दी समझ आ जाएगी। हुक्म की है, सिस्टम, रजा भाना, कुदरत दे नेम कोई नहीं बदल सकता। पिछे एक बाबा सी ते दुध इकट्ठा करने वास्ते आया, तो किसी दी मझ मर गई सी, ते कहंदे बाबा जी कृपा करो साडी मझ आ जाए कोई बचन। वो कहंदा बीबी जी मेरे बचना दे नाल मझ आउंदी हुंदी, मेरी अपनी मझां आप गिलासी गिलासी मंगदा फिरदा। लोग बाबियां कोल जा रहे ने, बाबा जी साडे मुंडे दा विआह नहीं हुंदा, कोई अरदास करो। मैं कहा बाबे दा अपना नहीं होया। वो सिस्टम है, हुक्मे अंदर सबको दा मतलब सब कोई, वड्डी तो वड्डी हस्ती, अमीर गरीब, कीड़ी तो लेके हाथी तक, खंड मंडल ब्रह्मंड, हर चीज सिस्टम दे अंदर है, लॉ ऑफ नेचर विच है। बाहर हुक्म ना कोई, हुक्म तो सिस्टम तो बाहर कुछ नहीं हो सकता, ना कोई है। जे है ते दसो, कर सकदा होए ते दसो। जे कोई बंदा कहंदा ना जी फलां बाबे दे ते करामात है, ਉਹਦੇ ਵਿੱਚ ਰਿੱਧੀਆਂ ਸਿੱਧੀਆਂ ਨੇ, ਤੇ ਉਹਨੂੰ ਕਹੋ ਵੀ ਹੱਥ ਇੰਜ ਕਰਕੇ ਪਾਈਆ ਮਿੱਟੀ ਬਣਾ ਦੇਵੇ। ਇੱਥੇ ਮੈਂ ਚਾਬੀ ਰੱਖ ਦੇਣਾ, ਆਪਣੀ ਕੋਈ ਵੀ ਮੋਟਰਸਾਈਕਲ ਜਾਂ ਕਮਰੇ ਦੀ ਚਾਬੀ ਰੱਖ ਦੇਣਾ, ਪੂਰੀ ਦੁਨੀਆ ਦੇ ਜਾਦੂਗਰ ਆ ਜਾਣ, ਪੂਰੀ ਦੁਨੀਆ ਦੇ ਕਾਲੇ ਇਲਮ ਵਾਲੇ ਬੰਗਾਲੀ ਜਾਦੂਗਰ, ਤੇ ਮੈਂ ਜਿੱਥੇ ਰੱਖਾਂ ਉਸ ਚਾਬੀ ਨੂੰ ਹਵਾ ਦੇ ਵਿੱਚ 3 ਮਿੰਟ ਲਈ ਇੰਜ ਲਟਕਾ ਦੇਣ ਮੰਤਰ ਨਾਲ, ਮੈਂ 5 ਲੱਖ ਰੁਪਇਆ ਕੈਸ਼ ਨਾਮ ਦਿਆਂ। है नहीं, सिस्टम तो बाहर कुछ नहीं हो सकता। हाँ, कुदरती जे बड़ी वड्डी पावर वाली चुंबक रखोगे तो उस चाबी नूं तां खिंच सकती है, मंत्र जंतर नहीं। तंत मंत्र पाखंड ना जाना, राम हृदय मन मान्या, ये जंतर मंत्र तंत्र पखंड ने, पर विश्वास होएगा बाणी ते तां ही है ना। इसलिए हुक्मे अंदर सबको, बाहर हुक्म ना कोई, कोई हुक्म तो बाहर नहीं। ਜਿਹੜੇ ਐਸਾ ਕਹਿੰਦੇ ਨੇ ਨਾ ਕਿ ਹੁਕਮ ਤੋਂ ਬਾਹਰ ਕੁਛ ਕਰ ਸਕਦੇ ਆ, ਤੇ ਜਿਨ੍ਹਾਂ ਨੂੰ ਤਰਨਾ ਨਹੀਂ ਹੁੰਦਾ ਉਹਨੂੰ ਚੁੱਕ ਕੇ ਕਿਸੇ ਜੋਤਸ਼ੀ ਨੂੰ, ਬਾਬੇ ਨੂੰ, ਮੇਰੇ ਵਰਗੇ ਨੂੰ ਸਮੁੰਦਰ ਦੇ ਵਿੱਚ ਸੁੱਟੋ, ਨਾਲ ਹੀ ਗੋਤੇ ਖਾ ਕੇ ਮਰ ਜਾਣਾ। ਕਿਉਂਕਿ ਸਿਸਟਮ ਹੈ ਨਾ, ਜਿਹਨੂੰ ਤਰਨਾ ਨਹੀਂ ਹੁੰਦਾ ਮਰੇਗਾ, ਚਾਹੇ ਮੈਂ ਆ, ਤੁਸੀਂ ਹੋ, ਜਾਂ ਕੋਈ ਹੋਰ ਹੈ। ਹਰ ਬੰਦਾ ਇਸ ਸਿਸਟਮ ਵਿੱਚ ਹੈ। ਜੇ ਕਿਸੇ ਟਾਟਾ ਬਿਰਲਾ ਨੂੰ ਵੀ ਸੁੱਟੋਗੇ ਤੇ ਸਮੁੰਦਰ ਵਿੱਚ, ਜੇ ਤਰਨਾ ਨਹੀਂ ਹੁੰਦਾ ਤੇ ਉਹ ਵੀ ਡੁੱਬਣਗੇ, ਝੋਂਪੜੀ ਵਾਲਾ ਵੀ ਡੁੱਬੇਗਾ, ਉਹ ਵੀ ਡੁੱਬਣਗੇ, ਕਿਉਂਕਿ ਨਿਯਮ ਹੈ, ਸਾਰੇ ਨਿਯਮ ਵਿੱਚ, ਤੇ ਨਿਯਮ ਤੋਂ ਬਾਹਰ। ਹੁਣ ਅਖੀਰਲਾ ਬਚਨ ਕਰਦੇ ਨੇ, ਨਾਨਕ ਹੁਕਮੈ ਜੇ ਬੁਝੈ। ਜੇ ਕੋਈ ਇਸ ਹੁਕਮ ਨੂੰ ਬੁੱਝ ਲਵੇ, ਜਾਣ ਲਵੇ, ਸਮਝ ਲਵੇ, ਔਰ ਇਸ ਹੁਕਮ ਨੂੰ ਅਪਣਾ ਲਵੇ। ਹੁਕਮ ਮੀਨਸ ਲਾ ਆਫ ਨੇਚਰ, ਕੁਦਰਤ ਦਾ ਸਿਸਟਮ। ਜੇ ਕੋਈ ਇਹਨੂੰ ਜਾਣ ਲਵੇ, ਜੇ ਕੋਈ ਇਹਨੂੰ ਸਮਝ ਲਵੇ, ਜੇ ਕੋਈ ਇਹਨੂੰ ਅਪਣਾ ਲਵੇ, ਤਾਂ ਹਉਮੈ ਕਹਿ ਨਾ ਕੋਈ, ਫਿਰ ਕੋਈ ਹਉਮੈ ਨਹੀਂ ਕਵੇਗਾ ਕਿ ਮੈਂ ਕਰ ਸਕਦਾ ਹੁਕਮ